ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨੋ ਸਿੰਘ ਸਿੱਖ ਗਨ ਸਕਲ ਸਤਿਗੁਰ ਕਥਾ ਰਸਾਲ। ਭਇਓ ਯੁੱਧ ਇਸ ਭਾਂਤ ਵਰਣਿਓ ਸੋ ਜਸ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਪਿਛਲੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਦੂਸਰੇ ਜੰਗ ਯੁੱਧ ਨੂੰ ਪੂਰੀ ਤਰ੍ਹਾਂ ਜਿੱਤਿਆ ਹੈ। ਗਰੀਬ ਨਿਵਾਜ ਮਹਾਰਾਜ ਜੰਗ ਯੁੱਧ ਜਿੱਤ ਕੇ ਉਪਰੰਤ ਆਪਣੇ ਗੁਰਸਿੱਖਾਂ ਮਰਦਾਂ ਮਰ ਜੀਵੜਿਆਂ ਦੇ ਪਵਿੱਤਰ ਸਰੀਰਾਂ ਨੂੰ ਜਲ ਪ੍ਰਵਾਹ ਕਰਵਾ ਰਹੇ ਨੇ ਅਤੇ ਮਹਾਰਾਜ ਕਹਿੰਦੇ ਨੇ ਨਾਮ ਦੱਸ ਦੱਸ ਕੇ ਜਲ ਪ੍ਰਵਾਹ ਕਰੋ। ਭਾਈ ਬਿਧੀ ਚੰਦ ਜੀ ਸਾਹਿਬ ਆਦਿ ਨਗਰ ਨਿਵਾਸੀ ਹੋਰ ਗੁਰਸਿੱਖ ਸੰਗਤਾਂ ਨੂੰ ਨਾਲ ਲੈ ਕੇ ਗੁਰਸਿੱਖਾਂ ਦੇ ਪਵਿੱਤਰ ਸਰੀਰ ਪਵਿੱਤਰ ਦੇਹਾਂ ਨੂੰ ਤੁਰਕੜਿਆਂ ਦੇ ਵਿੱਚੋਂ ਚੁਣ ਚੁਣ ਕੇ ਲਿਆ ਕੇ ਮਹਾਰਾਜ ਇਹ ਆਪ ਜੀ ਦਾ ਫਲਾਣਾ ਸਿੱਖ ਹੈ ਸਤਿਗੁਰੂ, ਇਹ ਫਲਾਣਾ ਸਿੱਖ ਹੈ ਮਹਾਰਾਜ, ਇਹ ਫਲਾਣੇ ਨਗਰ ਦਾ ਹੈ ਮਹਾਰਾਜ, ਇਹ ਫਲਾਣਾ ਸਿੱਖ ਇਹਦਾ ਫਲਾਣਾ ਨਾਮ ਆਪ ਜੀ ਨੇ ਧਰਿਆ ਸੀ। ਮਹਾਰਾਜ ਪ੍ਰਸੰਨ ਹੋ ਕੇ ਅੰਤਰਜਾਮਤਾ ਦੇ ਨਾਲ ਜੋ ਸਕਾਮੀ ਹਨ ਉਹਨਾਂ ਨੂੰ ਰਾਜ ਭਾਗ ਦਾ ਸੁੱਖ ਦੇ ਰਹੇ ਨੇ, ਜੋ ਨਿਸ਼ਕਾਮ ਹਨ ਉਹਨਾਂ ਨੂੰ ਆਪਣੇ ਨਿੱਜ ਸਰੂਪ ਦੇ ਵਿੱਚ ਮਹਾਰਾਜ ਵਾਸਾ ਦੇ ਰਹੇ, ਕੈਵਲ ਮੁਕਤੀ ਦੀ ਦਾਤ ਦੇ ਰਹੇ। ਉਹਨਾਂ ਦੇ ਸਰੀਰਾਂ ਨੂੰ ਮਹਾਰਾਜ ਨੇ ਜਲ ਪ੍ਰਵਾਹ ਕਰਨ ਦੀ ਆਗਿਆ ਦਿੱਤੀ ਹੈ। ਗੁਰੂ ਪੰਥ ਵਿੱਚ ਸਰੀਰਾਂ ਨੂੰ ਅਗਨ ਭੇਟ ਕਰਨ ਦੀ ਮਰਜ਼ਾਦਾ ਵਿਸ਼ੇਸ਼ ਰੂਪ ਦੇ ਵਿੱਚ ਹੈ, ਪਰ ਬਾਣੀ ਵਿੱਚ ਔਰ ਗੁਰੂ ਇਤਿਹਾਸ ਵਿੱਚ ਜਲ ਪ੍ਰਵਾਹ ਦਾ ਵੀ ਬਚਨ ਆਉਂਦਾ ਹੈ। ਕਿਆ ਗੁਰ ਅਰਜਨ ਦਰਿਆਏ ਨਾ ਬੋੜਿਓ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਵੀ ਜਲ ਪ੍ਰਵਾਹ ਕੀਤਾ ਸੀ। ਇਸ ਤਰ੍ਹਾਂ ਵੀ ਆਉਂਦਾ ਹੈ ਔਰ ਅਗਨ ਭੇਟ ਦਾ ਬਚਨ ਵੀ ਆਉਂਦਾ ਹੈ। ਅਸਲ ਵਿੱਚ ਮਹਾਰਾਜ ਦੇ ਘਰ ਵਿੱਚ ਬਚਨ ਹੈ, ਇੱਕ ਦੱਬੇ ਇੱਕ ਦੱਜੀਏ ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸਟੀਏ ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਹੇ। ਕਈ ਮਹਾਤਮਾ ਲੋਕ ਹੋਏ ਨੇ ਸਾਧ ਸੰਗਤ ਜੀ ਗੁਰੂ ਕਾਲ ਵਿੱਚ ਔਰ ਮੌਜੂਦਾ ਸਮੇਂ ਵਿੱਚ ਵੀ ਬਾਅਦ ਵਿੱਚ ਵੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ। ਜਿੰਦਿਆਂ 'ਤੇ ਉਹਨਾਂ ਨੇ ਪਰਉਪਕਾਰ ਕੀਤੇ ਹੀ ਕੀਤੇ। ਉਹ ਸੋਚਦੇ ਰਹੇ ਕਿ ਮਰਨ ਉਪਰੰਤ ਵੀ
ਸਾਡਾ ਸਰੀਰ ਜਿਹੜਾ ਹੈ ਉਹ ਜਲ ਜੰਤੂਆਂ ਦੇ ਕਾਰਜ ਆ ਜਾਵੇ। ਸਾਡੀ ਕੌਮ ਦੇ ਵਿੱਚ ਅੱਜ ਵੀ ਐਸੀਆਂ ਬਹੁਤ ਸਾਰੀਆਂ ਸੰਪਰਦਾਵਾਂ, ਐਸੇ ਮਹਾਤਮਾ ਲੋਕ ਨੇ, ਜਿਵੇਂ ਨਾਨਕਸਰ ਕਲੇਰਾਂ ਸੰਪਰਦਾ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਕਈ ਮਹਾਤਮਾ ਲੋਕ, ਉਹਨਾਂ ਦੇ ਵਿੱਚ ਜਦੋਂ ਸਰੀਰ ਛੁੱਟ ਜਾਂਦਾ ਹੈ ਫਿਰ ਪੱਥਰ ਇਤਿਆਦਿਕ ਦੇ ਨਾਲ ਬੰਨ੍ਹ ਕੇ ਡੂੰਘੇ ਜਲ ਵਿੱਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ, ਤਾਂ ਕਿ ਸਰੀਰ ਜਿਹੜਾ ਉਹ ਵੀ ਜਲ ਜੰਤੂਆਂ ਦੇ ਕਾਰਜ ਆ ਜਾਵੇ, ਮਰਨ ਉਪਰੰਤ ਵੀ ਸੋ ਭਲਾ ਹੋਵੇ। ਐਸਾ ਸਾਧ ਸੰਗਤ ਜੀ ਮਹਾਰਾਜ ਦੇ ਘਰ ਵਿੱਚ ਆਦਿ ਕਾਲ ਦਾ ਹੀ ਇਹ ਵਰਤਾਰਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਮੁੱਚੇ ਗੁਰਸਿੱਖਾਂ ਦੇ ਪਵਿੱਤਰ ਸਰੀਰ ਜਿਹੜੇ ਸ਼ਹੀਦਾਂ ਦੀਆਂ ਦੇਹਾਂ ਨੇ, ਪਵਿੱਤਰ ਪਾਕ ਮੁਕੱਦਸ ਸਰੀਰ ਹਨ, ਉਹਨਾਂ ਨੂੰ ਜਲ ਪ੍ਰਵਾਹ ਕਰਨ ਦੀ ਆਗਿਆ ਹੋਈ ਔਰ ਇਸ ਪ੍ਰਕਾਰ ਗੁਰਸਿੱਖਾਂ ਦੇ ਸਰੀਰ ਜਲ ਪ੍ਰਵਾਹ ਕੀਤੇ ਗਏ। ਬਾਕੀ ਜਿਹੜੀ ਤੁਰਕੜਿਆਂ ਦੀ ਫੌਜ ਸੀ ਉਹਨਾਂ ਦੇ ਸਰੀਰ ਵੀ ਪਾਣੀ ਵਿੱਚ ਵਹਾਏ ਹਨ, ਕਿਉਂਕਿ ਇੰਨਾ ਵੱਡਾ ਉਹਨਾਂ ਦਾ ਕਾਫਲਾ ਸੀ, ਦਫਨ ਕਰਨਾ ਤੇ ਕਠਿਨ ਸੀਗਾ ਔਰ ਬਿਮਾਰੀਆਂ ਫੈਲ ਰਹੀਆਂ ਸਨ। ਅੱਧ ਵੱਡੇ ਟੁੱਕੇ ਸਰੀਰ ਸਨ ਉਹਨਾਂ ਦੇ, ਔਰ ਕੁਝ ਜਿਹੜੇ ਸੈਨਾਪਤ ਸਨ ਉਹਨਾਂ ਦੇ ਸਰੀਰ ਨੂੰ ਦਫਨ ਕਰਕੇ ਮਹਾਰਾਜ ਜੀ ਨੇ ਉੱਥੇ ਚਬੂਤਰਾ ਬਣਾਇਆ, ਦਮਦਮਾ ਬਣਾਇਆ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸੱਜਿਆ ਕਰਦੇ ਸਨ। ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਦੂਸਰਾ ਜੰਗ ਯੁੱਧ ਸ੍ਰੀ ਹਰਗੋਬਿੰਦਪੁਰੇ ਦਾ ਮਹਾਰਾਜ ਜੀ ਨੇ ਜਿੱਤਿਆ ਹੈ। ਕੱਲ੍ਹ ਦੀ ਕਥਾ ਵਿੱਚ ਇਹ ਜੰਗ ਦੀ ਕਥਾ ਸੰਪੂਰਨ ਹੋਈ ਸੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰੀਏ ਮਹਾਰਾਜ ਗਰੀਬ ਨਿਵਾਜ ਸਤਿਗੁਰਾਂ ਦੇ ਸੇਵਾਦਾਰ ਆਨੰਦ ਪਿਆਰੇ ਗਰੀਬ ਨਿਵਾਜ ਮਹਾਰਾਜ ਦੇ ਗੁਰਸਿੱਖ ਸ਼੍ਰੀਮਾਨ ਗਿਆਨੀ ਜੀ ਗਿਆਨੀ ਗਗਨਦੀਪ ਸਿੰਘ ਸਾਹਿਬ ਜੀ ਨੇ ਆਪਣੀ ਪਿਆਰੀ ਸਤਿਕਾਰੀ ਰਸਨਾ ਤੋਂ ਆਪ ਜੀ ਨੂੰ ਸਭ ਵਿਸਥਾਰ ਇਹ ਸਾਰਾ ਪ੍ਰਸੰਗ ਸਰਵਣ ਕਰਾਇਆ ਸੀ। ਜਿਵੇਂ ਮਹਾਰਾਜ ਦੀ ਅਗਲੀ ਕਥਾ ਦੀ ਲੜੀ ਜੁੜ ਰਹੀ, ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ महाराज जी की पवित्र गोद में सुभायमान होकर महाराज जी की पवित्र पावन कथा के नाल जुड़ रहे हो। भाई आओ सतगुरु गरीब निवाज महाराज जी की अगली लड़ीवार विचार कथा के नाल जुड़ो जी, एकाग्रता बनाओ जी। श्री गुरु कलगीधर पातशाह महाराज जी के चरणों का ध्यान धरते हुए रसना पवित्र करो। प्यार दे नाल गज के आखो जी सतनाम श्री वाहेगुरु जी। प्यार नाल फिर आखो जी सतनाम श्री वाहेगुरु जी। दोहरा सुनो सिंह सिख गण सकल सतगुर कथा रसाल। भाई राम कोयर जी साहब, बाबा गुरबख्श सिंह साहब जी, ब्रह्म ज्ञानी धन धन बाबा बुढ़ा जी साहब जी दी अंश बांस, जिन्हों ने श्री गुरु ग्रंथ साहब जी मान नूं गुरता गद्दी का तिलक लाया सी रमदास नगर विच। सो ये कथा सुणाउंदे हन। उथों गुरसिखां ने कथा लिखी, भाई साहब सिंह जी इत्यादि लिखारियां ने वो लिखी हुई कथा श्रीमान चूड़ामन कवि कवियां दे सरताज महाकवि दरगाही कवि भाई साहब भाई संतोख सिंह साहब जी के पास पहुँची। वो अगे कथा लिखते हाँ तो भजन करते हैं, गुरसिखो सिंघो सुनो कथा गरीब निवाज महाराज जी की रसाल। रसाल के अर्थ अंब होंदे हन। अंब वर्गी मिठी मिठास नाल भरी रस लै लैके महाराज की कथा सुनो सिंघो। पयो युद्ध पंत बरण्यो सुजस कृपाल। जिवें जंग युद्ध होया मैं आप जी दे ताईं वर्णन किया समाप्त होया। चौपाई बैठियो श्री हरगोबिंद जोधा। इस तरह गुरु हरगोबिंद साहब सच्चे पातशाह महाराज बैठे हन। मनोरूप है तरियो प्रबोधा। कहंदे मन लो ज्ञान ने रूप धारण किया होवे। हुक्म मसंदन संग बखाना। उस वेले मान ने मसंदा दे ताईं हुक्म कीता करो कोट चौगिरद महाना। महाराज कहन लगे भी ये नगर जेड़ा है ना इहदे चौगिरदे कोट बना दिओ, किले टाइप दी दीवार बना दिओ। बसै नगर सुंदर जिस बीच। और जिहदे विच बहुत सुंदर एक नगर वसेगा। पर महल गन ऊंच रो नीच। और इहदे विच छोटे वड्डे महल घर बार होणगे सब दे रहण लई। राखो पंच पौरपुर केरे। और इस शहर दे 5 दरवाजे रखने हन भाई 5 सतगुरां दे नाम ते। कारीगर न लगाए कनेरे। बहुत वड्डे कारीगर लगा के हे मसंद गुरसिखो तुहाडे कोल बड़े दमड़े ने संगत दी बड़ी माया।
ਉਹ ਮਾਇਆ ਇੱਥੇ ਖਰਚਦੇ ਹੁਣ। ਕਰੋ ਸਿਗਰਤਾ ਲਿਹੋ ਬਣਾਏ। ਔਰ ਮਹਾਰਾਜ ਕਹਿੰਦੇ ਦੇਰੀ ਨਹੀਂ ਕਰਨੀ ਹੈ, ਛੇਤੀ ਨਾਲ ਇਹ ਕਾਰਜ ਪੂਰਾ ਕਰ ਦਿਓ। ਦੇਵ ਤਨ ਮਿਹਨਤ ਬ੍ਰਿੰਦ ਲਗਾਏ। ਔਰ ਬਹੁਤ ਸਾਰੇ ਮਿਹਨਤੀ ਲਗਾ ਕੇ ਜਿਹੜੇ ਮਜ਼ਦੂਰ ਹਨ ਦਮੜਾ ਲੈ ਕੇ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਲਗਾ ਦਿਓ ਭਾਈ। ਸੁਨਤ ਮਸੰਦਨ ਕੀ ਨਸ ਤੈਸੇ। ਸੁਣ ਕਰਕੇ ਮਹਾਰਾਜ ਦੇ ਬਚਨ ਜਿਹੜੇ ਮਸੰਦ ਆਗੂ ਗੁਰਸਿੱਖ ਸਨ ਪ੍ਰਬੰਧਕ, ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਹੈ। ਸ੍ਰੀ ਮੁਖ ਤੇ ਫਰਮਾਇਓ ਜੈਸੇ। ਜਿਵੇਂ ਮਹਾਰਾਜ ਨੇ ਫਰਮਾਇਆ ਸੀਗਾ ਕਿ ਉੱਚੀ ਕੰਧ ਵਿੱਚ ਮਹਿਲ ਹੋਣ, ਛੋਟੇ ਵੱਡੇ ਘਰ ਹੋਣ, 5 ਦਰਵਾਜ਼ੇ ਹੋਣ 5 ਸਤਿਗੁਰਾਂ ਦੇ ਨਾਮ ਤੇ, ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਹੈ। ਦਿਓ ਦਰਬ ਸਭ ਕੋ ਮਨ ਭਾਏ। ਉਸ ਵੇਲੇ ਸਭ ਨੂੰ ਮਨ ਭਾਉਂਦਾ ਹੋਇਆ ਧਨ ਗੁਰੂ ਕੇ ਖਜ਼ਾਨਿਆਂ ਵਿੱਚੋਂ ਦਿੱਤਾ ਦਿਵਾਇਆ। ਬ੍ਰਿੰਦ ਪਚਾਵੇ ਕਹਿ ਚੜਵਾਏ। ਔਰ ਬਹੁਤ ਸਾਰੇ ਆਵੇ, ਜਿਵੇਂ ਅੱਜ ਕੱਲ ਭੱਠੇ ਹੁੰਦੇ ਨੇ, ਪਹਿਲਾਂ ਆਵੇ ਹੁੰਦੇ ਸਨ। ਭਾਈ ਬੁੱਧੂ ਦਾ ਆਵਾ ਤੁਸੀਂ ਸੁਣਿਆ ਹੋਵੇਗਾ। ਇਸ ਤਰ੍ਹਾਂ ਆਵੇ ਲਗਾ ਕੇ ਇੱਟਾਂ ਜੋ ਹਨ ਪੱਕੀਆਂ ਤਿਆਰ ਕਰਵਾਈਆਂ। ਪਾਕੀ ਈਟਨ ਤਿਆਰੀ ਕਰੈ। ਔਰ ਇੱਟਾਂ ਪੱਕ ਰਹੀਆਂ ਨੇ, ਬੜੇ ਗੁਰਸਿੱਖ ਤਿਆਰੀਆਂ ਕਰਦੇ ਹਨ। ਆਏ ਮਿਹਨਤੀ ਜੇ ਸੁਨ ਪਰੈ। ਔਰ ਜਿੱਥੇ ਮਿਹਨਤੀਆਂ ਨੂੰ ਪਤਾ ਲੱਗਦਾ ਹੈ ਕਿ ਫਲਾਣੀ ਜਗ੍ਹਾ ਤੇ ਕੰਮਕਾਰ ਚੱਲਦਾ ਹੈ, ਉਹ ਵਿਚਾਰੇ ਮਜ਼ਦੂਰ, ਮਜ਼ਬੂਰ, ਮੁਫਲਿਸ ਲੋਕ, ਗਰੀਬੜੇ ਮਹਾਰਾਜ ਦੇ ਘਰ ਵਿੱਚ ਆਉਂਦੇ ਹਨ। ਕਾਰੀਗਰ ਸਮੂਹ ਮੰਗਵਾਏ। ਔਰ ਬਹੁਤ ਸਾਰੇ ਕਾਰੀਗਰ ਜਿਹੜੇ ਵਧੀਆ ਕੰਮਕਾਰ ਜਾਣਦੇ ਸਨ, ਹੁਨਰਮੰਦ ਸਨ, ਉਹਨਾਂ ਨੂੰ ਮੰਗਵਾਇਆ ਹੈ ਮਹਾਰਾਜ ਜੀ ਨੇ। ਦੇ ਦੇ ਦਰਬ ਸੁਸਰਬ ਲਗਾਏ। ਔਰ ਧਨ ਦੇ ਦੇ ਕੇ, ਦਮੜੇ ਦੇ ਦੇ ਕੇ, ਇਹ ਸਤਿਗੁਰੂ ਮਹਾਰਾਜ ਨੇ ਆਪਣੇ ਨਾਮ ਤੇ ਬਣਾਇਆ ਜੋ ਨਗਰ ਸੀ, ਸੋ ਉਹਨੂੰ ਮਹਾਰਾਜ ਰਚਾ ਰਹੇ ਹਨ। ਚਿਨਬੇ ਲਗੇ ਸਿਗਰਤਾ ਧਾਰੀ। ਔਰ ਮਹਾਰਾਜ ਦੀ ਆਗਿਆ ਸੀਗੀ ਕਿ ਛੇਤੀ ਨਾਲ ਇਹ ਨਗਰ ਵਸਾਉਣਾ ਹੈ, ਤੇ ਮਹਾਰਾਜ ਦਾ ਬਚਨ ਪਾਲ ਕੇ ਬੜੀ ਛੇਤੀ ਨਾਲ ਚੜਨ ਲੱਗੇ ਹਨ। ਪਾਕੀ ਈਟ ਕਰੀ ਬਹੁ ਤਿਆਰੀ। ਔਰ ਇੰਨੇ ਸਮੇਂ ਨੂੰ ਜੋ ਆਵੇ ਲਗਾਏ ਸਨ, ਭੱਠਾ ਕਹਿ ਲਓ ਅੱਜ ਦੀ ਭਾਸ਼ਾ ਵਿੱਚ, ਉਹ ਭੱਠਿਆਂ ਤੋਂ ਆਵਿਆਂ ਤੋਂ ਇੱਟਾਂ ਵੀ ਲੈ ਕੇ ਆਏ ਹਨ। ਹਰਕਤ ਹੋਏ ਕਾਰ ਕੋ ਕਰਹੀ। ਔਰ ਗਰੀਬ ਨਿਵਾਜ ਮਹਾਰਾਜ ਜੀ ਦੀ ਸੇਵਾ ਗੁਰਸਿੱਖ ਬੜੇ ਹਰਕਤ ਹੋ ਕੇ, ਬੜੇ ਪ੍ਰਸੰਤ ਚਿਤ ਹੋ ਕੇ ਕਰਦੇ ਹਨ। ਧਨ ਗਨ ਲੀਨ ਭਾਉ ਪੁਨ ਤਰਹੀ। ਦੇਖੋ ਸਤ ਸੰਗਤ ਜੀ, ਕੈਸਾ ਬਚਨੇ ਮਜ਼ਦੂਰ ਲੋਕ, ਕਾਰੀਗਰ ਜਿਹੜੇ ਨੇ, ਧਨ ਗਨ ਲੀਨ ਭਾਉ ਔਰ ਤਰਹੀ, ਇਹਨਾਂ ਨੇ ਧਨ ਵੀ ਲਿਆ ਤੇ ਪ੍ਰੇਮ ਵੀ ਰੱਖਦੇ ਨੇ, ਸਿਦਕ ਵੀ ਰੱਖਦੇ ਨੇ। ਅੱਜ ਵੀ ਬਹੁਤ ਸਾਰੇ ਗੁਰਸਿੱਖ ਨੇ ਇੱਥੇ ਤਖਤ ਸਾਹਿਬ ਜੀ ਤੇ ਵੀ ਹਨ, ਮਹਾਰਾਜ ਦੀ ਸੇਵਾ ਚੱਲਦੀ, ਵੱਖ-ਵੱਖ ਕਾਰ ਸੇਵਾ ਵਾਲੇ ਮਹਾਂਪੁਰਖ ਚਲਾ ਰਹੇ ਨੇ, ਤੇ ਸਿਦਕੀ ਗੁਰਸਿੱਖ ਇੱਥੇ ਬਹੁਤੇ ਮਜ਼ਦੂਰ, ਸੇਵਾਦਾਰ, ਕਾਰੀਗਰ ਪੰਜਾਬ ਆਦਿਕ ਦੇਸ਼ ਵਿੱਚੋਂ ਹਨ। ਤੇ ਸਾਧ ਸੰਗਤ ਜੀ ਨਾਲੇ ਸੇਵਾ ਕਰਦੇ, ਦਾਸ ਵੇਖ ਦਾ ਸਵੇਰੇ ਵੀ ਉਹਨਾਂ ਨੇ ਆਪਣਾ ਕੰਮ ਕਾਰ ਸ਼ੁਰੂ ਕਰਨ ਤੋਂ ਪਹਿਲਾਂ ਨਮਸਕਾਰ ਕਰਨ ਆਉਣਾ, ਤੇ ਕਈ ਸਿੰਘ ਮਜ਼ਦੂਰ ਸੇਵਾਦਾਰ ਵਿਚਾਰੇ ਸ਼ਾਮ ਨੂੰ ਵੀ ਇਸ਼ਨਾਨ ਪਾਣ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਨੇ, ਕਈ ਕਥਾ ਵੀ ਸੁਣਦੇ ਹਨ। ਸੋ ਧਨ ਗਨ ਲੀਨ ਭਾਉ ਔਰ ਧਰਹੀ। ਧਨ ਤੇ ਵੈਸੇ ਵੀ ਸਾਰਾ ਮਹਾਰਾਜ ਦਾ ਹੀ ਆ, ਦਮੜਾ ਸਾਰਾ ਮਹਾਰਾਜ ਦਾ ਹੀ ਆ, ਧਨ ਜੋ ਕੁਛ ਵੀ ਹੈਗਾ ਮਹਾਰਾਜ ਦਾ। ਵੱਡੀ ਗੱਲ ਭਾਵਨਾ ਦੀ, ਜੇ ਭਾਵਨਾ ਨਹੀਂ ਹੈ ਤੇ ਸਾਡੇ ਵਰਗਾ ਕੋਈ ਭਾਵੇਂ ਗੁਰੂ ਘਰ ਵਿੱਚ ਕਿਉਂ ਨਾ ਰਹਿੰਦਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਤੇ ਜੇ ਕੋਈ ਸਿਦਕ ਰੱਖਦਾ ਹੈ, ਭਾਵੇਂ ਕਿਰਤੀ ਸਿੱਖ ਵੀ ਕਿਉਂ ਨਹੀਂ ਹੈ, ਸਾਧ ਸੰਗਤ ਜੀ ਉਹਦੇ ਸਿਦਕ ਨੂੰ ਵੀ ਭਾਗ ਲੱਗਦਾ ਹੈ। ਇਸ ਪ੍ਰਕਾਰ ਇਹ ਮਜ਼ਦੂਰ ਅਤੇ ਕਾਰੀਗਰ ਮਹਾਰਾਜ ਦੇ ਹੁਕਮ ਅਨੁਸਾਰ ਸੇਵਾ ਕਰਦੇ, ਧਨ ਵੀ ਲੈਂਦੇ ਨੇ ਤੇ ਭਾਵਨਾ ਵੀ ਰੱਖਦੇ ਹਨ ਮਹਾਰਾਜ ਦੇ ਉੱਪਰ। ਅੰਦਰ ਮੰਦਰ ਲਗੇ ਉਸਾਰਨ। ਔਰ ਕੋਟ ਦੇ ਅੰਦਰ ਸੋਹਣੇ ਮੰਦਰ ਘਰ ਉਸਾਰਨ ਲੱਗੇ। ਮਹਾਰਾਜ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਸਨ। ਗਨੀ ਗਰੀਬ ਬਾਸ ਬੇਕਾਰਨ। ਜਿਨ੍ਹਾਂ ਦੇ ਵਿੱਚ ਗਰੀਬ ਅਮੀਰ ਹਰ ਤਰ੍ਹਾਂ ਦਾ ਮਨੁੱਖ ਰਹਿੰਦਾ ਹੈ। ਬਹੁ ਰੌਣਕ ਤਬ ਹੋਵਤ ਪਈ। ਤੇ ਇਸ ਤਰ੍ਹਾਂ ਸਾਰਿਆਂ ਦੇ ਵਸਣ ਦੇ ਵਾਸਤੇ ਘਰ ਬਣਾਏ, ਬੜੀ ਰੌਣਕ ਹੋ ਗਈ ਭਾਈ। ਮਿਲੇ ਲੋਕ ਲਖ ਨਗਰੀ ਨਹੀਂ। ਔਰ ਬੜੇ ਲੋਕ ਲਾਹੌਰ, ਦਿੱਲੀ ਆਦਿਕ ਇਲਾਕਿਆਂ ਦੇ ਵਿੱਚੋਂ ਆਏ ਵਸਣ ਵਾਸਤੇ ਕਿ ਮਹਾਰਾਜ ਨੇ ਨਵਾਂ ਸ਼ਹਿਰ ਵਸਾਇਆ, ਕਿਉਂ ਨਾ ਹੋਵੇ ਆਪਾਂ ਇੱਥੇ ਵਸੀਏ। ਤਬ ਸਤਿਗੁਰ ਨੇ ਹਿਰਦੇ ਵਿਚਾਰਾ। ਉਸ ਵੇਲੇ ਮਹਾਰਾਜ ਨੇ ਹਿਰਦੇ ਵਿੱਚ ਵਿਚਾਰ ਕੀਤੀ। ਘਰ ਕੇਰੜ ਕੋ ਜਹਾਂ ਨਿਹਾਰਾ। ਔਰ ਕਿਹਾ ਕਿ ਜਿੱਥੇ ਘੇਰੜ ਭਗਵਾਨ ਦਾਸ ਦਾ ਘਰ ਸੀ। ਸਾਧ ਸੰਗਤ ਜੀ ਇੱਕ ਬੇਨਤੀ ਕਰੀਏ, ਬੜੇ ਦਿਨਾਂ ਦੀ ਮਨ ਵਿੱਚ ਆਉਂਦੀ ਸੀ ਕਿ ਕੋਈ ਸਮਾਂ ਸੀ ਇੱਥੇ ਪਟਨੇ ਵਿੱਚ ਬਹੁਤ ਗੁਰਸਿੱਖ ਸਨ, ਵੱਡੀ ਗਿਣਤੀ ਸੀ ਇੱਥੇ ਗੁਰਸਿੱਖਾਂ ਦੀ। 84 ਵਿੱਚ ਸੋ ਪਾਪੀਆਂ ਨੇ ਗੁਰਸਿੱਖਾਂ ਨੂੰ ਉਜਾੜਿਆ, ਬਹੁਤ ਸਾਰੇ ਸਿੱਖ ਉੱਜੜ ਕੇ ਵਿਦੇਸ਼ਾਂ ਵਿੱਚ ਚਲੇ ਗਏ, ਲੁਧਿਆਣੇ ਆਦਿਕ, ਦਿੱਲੀ ਆਦਿਕ ਪ੍ਰਥਾਵਾਂ 'ਤੇ ਚਲੇ ਗਏ। ਜਿੱਥੇ ਜਿੱਥੇ ਵੀ ਮਹਾਰਾਜ ਦੇ ਸਿੱਖ ਵਸਦੇ ਨੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰਛਿਆ ਰਿਆਇਤ, ਮਹਾਰਾਜ ਜੀ ਉਹਨਾਂ ਦੀ ਰੱਖਿਆ ਕਰੇ।
ਤੇ ਜੇ ਕੋਈ ਗੁਰਸਿੱਖ ਸੋ ਆਪਣਾ ਕਿਸੇ ਜਗ੍ਹਾ ਤੋਂ ਮੂਵ ਹੋਣਾ ਚਾਹੁੰਦਾ, ਕਿਸੇ ਸ਼ਹਿਰ ਵਿੱਚੋਂ ਕਿਸੇ ਪਿੰਡ ਵਿੱਚੋਂ ਹੋਰ ਜਗ੍ਹਾ ਤੇ ਵਸਣਾ ਚਾਹੁੰਦਾ ਹੈ, ਉਹਦੀ ਤਮੰਨਾ ਹੈ ਨਿੱਜ ਦੀ, ਇਹ ਸਾਧ ਸੰਗਤ ਜੀ ਇੱਥੇ ਪਟਨੇ ਆਣ ਕੇ ਜ਼ਰੂਰ ਵਸੋ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸੋ ਪੜੋਸੀ ਬਣੋ, ਆਣ ਕੇ ਮਹਾਰਾਜ ਦੇ ਗਵਾਂਢੀ ਬਣੋ, ਇੱਥੇ ਆਣ ਕੇ ਰਹੋ। ਇਹ ਨਾ ਸੋਚੋ ਵੀ ਇਹ ਜੀ ਕੋਈ ਬਗਾਨਾ ਮੁਲਕ ਹੈ ਜਾਂ ਇੱਥੇ ਕੋਈ ਮਾਹੌਲ ਖਰਾਬ ਹੈ, ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਹੁਣ ਮਹਾਰਾਜ ਪੈਜ ਰੱਖਦੇ ਨੇ। ਔਰ ਇਕੱਲੇ ਪਟਨੇ ਦੀ ਗੱਲ ਨਹੀਂ, ਦੇਖ ਲਓ ਜਿਨ੍ਹਾਂ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਗੁਰਸਿੱਖਾਂ ਨੂੰ ਉਜਾੜਿਆ ਸੀ ਲੋਕਾਂ ਨੇ, ਗੁਰਸਿੱਖ ਤੇ ਫਿਰ ਫਲੀ ਭੂਤ ਹੋ ਗਏ ਨੇ, ਉਜਾੜਨ ਵਾਲੇ ਅੱਜ ਵੀ ਮੰਗਦੇ ਫਿਰਦੇ ਨੇ। ਤੋ ਇਹ ਵੀ 84 ਦੇ ਦਿਨ ਚੱਲ ਰਹੇ ਨੇ, ਉਹਨਾਂ ਗੁਰਸਿੱਖਾਂ ਦੀਆਂ ਕੁਰਬਾਨੀਆਂ, ਨਿਹੱਥਿਆਂ ਦੀਆਂ, ਬਜ਼ੁਰਗਾਂ, ਔਰਤਾਂ, ਤਰੀਬਤਾਂ, ਬੱਚਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ। ਕੱਲ੍ਹ ਵੀ ਸ਼੍ਰੀਮਾਨ ਗਿਆਨੀ ਜੀ ਨਾਲ ਨੇ ਉਹਨਾਂ ਸ਼ਹੀਦਾਂ ਦਾ ਜ਼ਿਕਰ ਕੀਤਾ ਸੀ, ਅੱਜ ਵੀ ਆਪਾਂ ਸਰਵਣ ਕਰ ਰਹੇ ਹਾਂ। ਤੋ ਇਸੇ ਪ੍ਰਕਾਰ ਸਿੱਧਕੀ ਗੁਰਸਿੱਖਾਂ ਨੂੰ ਕੋਈ ਕਮੀ ਨਹੀਂ ਪੈਂਦੀ, ਮਹਾਰਾਜ ਆਪ ਕਿਰਪਾ ਕਰਕੇ ਪੈਜ ਰੱਖਦੇ ਨੇ। ਲੁੱਟਣ ਮਾਰਨ ਵਾਲੇ ਲੋਕ ਸੋਚਦੇ ਇੰਨਾ ਮਾਰੀ ਲੁੱਟੀ ਦਾ, ਇਹ ਫਿਰ ਕਿਵੇਂ ਫਲੀ ਭੂਤ ਹੋ ਜਾਂਦੇ। ਉਹਨਾਂ ਚੰਦਰਿਆਂ ਨੂੰ ਕੀ ਪਤਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਖੰਡੇ ਦੀ ਦੁਧਾਰੀ ਧਾਰ ਵਿੱਚੋਂ ਇਹ ਕੌਮ ਪੈਦਾ ਹੋਈ, ਇਹ ਵਧੇਗੀ, ਇਹ ਘਟਦੀ ਨਹੀਂ, ਮਰਦੀ ਨਹੀਂ ਹੈ, ਇਹਨੂੰ ਕੋਈ ਘਾਟਾ ਨਹੀਂ ਪੈਂਦਾ ਹੈ। ਤੋ ਇਸੇ ਪ੍ਰਕਾਰ ਇਹ ਮਹਾਰਾਜ ਦਾ ਨਗਰ ਹੈ ਪਟਨਾ, ਇੱਥੇ ਆਣ ਕੇ ਵਸੋ ਭਾਈ। ਬੜੇ ਪ੍ਰਕਾਰ ਦੇ ਕਾਰੋਬਾਰ ਹਨ, ਆਪਣੀਆਂ ਪੂੰਜੀਆਂ ਲਗਾਓ, ਦਸਵੇਂ ਪਾਤਸ਼ਾਹ ਮਹਾਰਾਜ ਦਾ ਆਸਰਾ ਲੈ ਕੇ ਇੱਥੇ ਆਣ ਕੇ ਵਸੋ, ਵੱਡੀ ਗਿਣਤੀ ਵਿੱਚ ਵਸੋਂ ਹੋਵੇ। ਗੁਰਸਿੱਖਾਂ ਦਾ ਵਾਸਾ ਇੱਥੇ ਘੱਟ ਹੈ, ਵੱਧ ਤੋਂ ਵੱਧ ਇੱਥੇ ਮਹਾਰਾਜ ਦੇ ਗੁਰਸਿੱਖਾਂ ਦਾ ਵਾਸਾ ਹੋਣਾ ਚਾਹੀਦਾ। ਬਹੁਤ ਸਾਰੀਆਂ ਗੁਰਸਿੱਖਾਂ ਨੂੰ ਸਮੱਸਿਆਵਾਂ ਵੀ ਆਉਂਦੀਆਂ, ਦੂਰ ਪ੍ਰਦੇਸ਼ ਹੈ, ਕਈ ਲੋਕ ਸੋਚਦੇ ਸਫਾਈ ਆਦਿਕ ਇਤਿਆਦਿਕ ਹੋਰ, ਸੱਭਿਅਤਾ ਹੋਰ ਹੈ ਇਸ ਤਰ੍ਹਾਂ ਦੇ, ਪਰ ਕਈ ਸਿੱਧਕੀ ਸਿੱਖ ਨੇ ਸਾਧ ਸੰਗਤ ਜੀ, ਇਹ ਮਹਾਰਾਜ ਦਾ ਘਰ ਨਹੀਂ ਛੱਡ ਕੇ ਜਾਂਦੇ ਹਨ। ਭਾਵੇਂ ਹੋਰ ਥਾਵਾਂ ਪ੍ਰਥਾਵਾਂ 'ਤੇ ਬੜੇ ਬੜੇ ਖੁੱਲ੍ਹੇ ਕਾਰੋਬਾਰ, ਪਰਿਵਾਰ, ਰਿਸ਼ਤੇ, ਹਰ ਤਰ੍ਹਾਂ ਦੀ ਸਹੂਲੀਅਤ ਹੁੰਦੀ ਹੈ ਪੰਜਾਬ, ਦਿੱਲੀ ਆਦਿਕ ਦੇ ਵਿੱਚ। ਇੱਥੇ ਕਈ ਵਾਰੀ ਗੁਰਸਿੱਖਾਂ ਨੂੰ ਮਸ਼ੱਕਤ ਕਰਨੀ ਪੈਂਦੀ ਹੈ ਕਰੜੀ, ਪਰ ਸਿੱਧਕੀ ਸਿੱਖ ਨੇ ਮਹਾਰਾਜ ਸਾਰੇ ਗੁਰਸਿੱਖਾਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਨੇ। ਆਓ ਭਾਈ ਜੀ ਆਇਆਂ ਨੂੰ ਦਰਸ਼ਨ ਵੀ ਕਰੋ ਪਟਨਾ ਸਾਹਿਬ ਤੇ ਆਣ ਕੇ ਵਸੋ ਵੀ। ਇਹ ਦਾਸ ਦੇ ਮਨ ਦੀ ਬਹੁਤ ਤਮੰਨਾ, ਤੇ ਥਾਵਾਂ ਪ੍ਰਥਾਵਾਂ ਦੇ ਦਾਸ ਜਾ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗੁਰਸਿੱਖ ਜਿਹੜੇ ਹਰ ਤਰ੍ਹਾਂ ਦੇ ਕਿੱਤੇ ਨਾਲ, ਹਰ ਤਰ੍ਹਾਂ ਦੇ ਸਮੁਦਾਇ ਸੰਪਰਦਾਇ ਨਾਲ ਸੰਬੰਧ ਰੱਖਣ ਵਾਲੇ ਗੁਰਸਿੱਖ ਇੱਥੇ ਆਣ ਕੇ ਵਸਣ। ਦਾਸ ਤੇ ਸ਼ੁਰੂ ਤੋਂ ਵੱਖ-ਵੱਖ ਮਹਾਂਪੁਰਖਾਂ ਨੂੰ ਵੀ ਬੇਨਤੀਆਂ ਕਰਦਾ ਰਿਹਾ, ਸੰਪਰਦਾਵਾਂ ਵਾਲਿਆਂ ਨੂੰ, ਕਿ ਭਾਈ ਜਿਵੇਂ ਹਜ਼ੂਰ ਸਾਹਿਬ, ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ, ਸਾਰਿਆਂ ਨੇ ਆਪੋ ਆਪਣੇ ਸਥਾਨ ਬਣਾਏ ਹੋਏ ਨੇ, ਜਗ੍ਹਾ ਖਰੀਦ ਕੇ, ਦਮੜੇ ਖਰਚ ਕੇ, ਇੱਥੇ ਵੀ ਅਸਥਾਨ ਬਣਾਓ, ਵਿਦਿਆਲੇ ਬਣਾਓ। ਮਹਾਰਾਜ ਦੇ ਘਰ ਦਾ ਇਹ ਪੰਥ ਦਾ ਆਦ ਸਥਾਨ ਹੈ, ਮੂਲ ਅਸਥਾਨ ਹੈ ਜੋ ਪਟਨਾ ਸਾਹਿਬ। ਆਓ ਇੱਥੇ ਆਣ ਕੇ ਭਾਈ ਵਸੋ, ਮਹਾਰਾਜ ਦੇ ਖੁਸ਼ੇ ਲਓ। ਸੋ ਇਸੇ ਪ੍ਰਕਾਰ ਦੁਬਾਰਾ ਪੜਿਓ ਜੀ। ਘਰ ਕੇਰੜ ਕੋ ਜਹਾਂ ਨਿਹਾਰਾ। ਉਸ ਵੇਲੇ ਮਨ ਨੇ ਹਿਰਦੇ ਵਿੱਚ ਵਿਚਾਰ ਕੀਤੀ ਸ਼ਹਿਰ ਵਸਾ ਕੇ ਕਿ ਜਿੱਥੇ ਘੇਰੜ ਭਗਵਾਨ ਦਾਸ ਦਾ ਘਰ ਹੈ, ਚਾਹਤ ਉਖਾਰਿਓ ਰਿਪ ਕੋ ਮੂਲ। ਮਹਾਰਾਜ ਕਹਿੰਦੇ ਪਾਪੀ ਦੀ ਜੜ ਪੁੱਟਣੀ ਚਾਹੀਦੀ ਹੈ। ਗਰਬਤ ਜੋ ਹੋਇਸ ਪ੍ਰਤਕੂਲ। ਔਰ ਕਿਹਾ ਕਿ ਜਿਹੜਾ ਬਹੁਤ ਜ਼ਿਆਦਾ ਹੰਕਾਰੀ ਹੋਇਆ ਸੀ, ਨੀਵ ਨ ਉਖਰੇ ਜੇ ਇਸ ਕੇਰੀ। ਔਰ ਕਿਹਾ ਕਿ ਜੇ ਦੀ ਨੀ ਨਹੀਂ ਪੁੱਟਾਂਗੇ ਆਪਾਂ, ਤੋ ਮਾਲਕੀ ਕਰ ਹੈ ਫੇਰੀ। ਨਹੀਂ ਤੇ ਫਿਰ ਇਹਦੀ ਨੀ ਨਾ ਪੁੱਟੀ, ਘਰ ਨਾ ਉਖਾੜਿਆ ਇਹਦਾ ਟੱਬਰ ਟੋਰ ਅੱਗੇ ਆਣ ਕੇ ਫਿਰ ਆਪਣੀ ਮਾਲਕੀ ਜਿਹੜੀ ਹੈ ਉਹਦਾ ਦਾਵਾ ਕਰੇਗਾ। ਪੁਰ ਮੈਂ ਅਵਨੀ ਆਪਣੀ ਜਾਨ। ਔਰ ਸ਼ਹਿਰ ਦੇ ਵਿੱਚ ਆਪਣੀ ਜਗ੍ਹਾ ਜਾਣ ਕੇ ਵੱਡਿਆਂ ਬਜ਼ੁਰਗਾਂ ਦੀ। ਘੇਰੜ ਕੇਰ ਸੰਬੰਧੀ ਆਨ। ਤੇ ਘੇਰੜ ਭਗਵਾਨ ਦਾਸ ਦੇ ਹੋਰ ਜਿਤਨੇ ਵੀ ਸੰਬੰਧੀ ਹਨ, ਤੁਰਕਨ ਕੀ ਸਹਾਇ ਕੋ ਪਾਏ। ਔਰ ਤੁਰਕੜਿਆਂ ਦੀ ਸਹਾਇਤਾ ਨੂੰ ਪਾ ਕੇ ਬਹੁਰ ਲਹਿੰਗੇ ਸੇ ਅਪਨਾਏ। ਤੇ ਫਿਰ ਆਪਣੇ ਘਰ ਉੱਪਰ ਕਬਜ਼ਾ ਕਰ ਲੈਣਗੇ ਇਹ ਲੋਕ। ਇਮਲਖ ਕਰ ਗੁਰੂ ਹੁਕਮ ਬਖਾਨਾ। ਇਸ ਤਰ੍ਹਾਂ ਮਹਾਰਾਜ ਦਾ ਹੁਕਮ ਇਹ ਜਾਣ ਕੇ ਮਹਾਰਾਜ ਨੇ तो उस वेले हुक्म फरमाया है। घर केरड़ को है जिस थाना। महाराज कह लगे जिथे केरड़ भगवान दास दा घर है भाई, दूर करो तिसकी बुनियाद। और क्या ओदी जड़ पुट के ओदी बुनियाद मिटा दियो। नींव उखेरो होए न बाद। कहंदे इहदी नींव उखेड़ दियो
ਤਾਂ ਕਿ ਦੁਬਾਰਾ ਦੀ ਨੀਂਹ ਜਿਹੜੀ ਹੈ ਨਾ ਉੱਗ ਸਕੇ। ਕਰ ਬੈ ਉਚਿਤ ਹੁਤੀ ਧਰਮਸ਼ਾਲਾ, ਔਰ ਕਿਹਾ ਕਿ ਇੱਥੇ ਧਰਮਸ਼ਾਲਾ ਬਣਾਉਣ ਦੇ ਯੋਗ ਜੋ ਸੀ। ਤੁਰ ਕਨ ਕੋ ਬਲ ਹੋਏ ਜਿਸ ਕਾਲਾ, ਇਹ ਨਾ ਹੋਵੇ ਕਿ ਤੁਰਕੜਿਆਂ ਦਾ ਜਦੋਂ ਬਲ ਹੋ ਜਾਵੇ, ਤੁਰਕੜੇ ਜਿਹੜੇ ਆਪਣੀ ਪਾਵਰ ਵਿੱਚ ਆ ਜਾਣ, ਜਦੋਂ ਕਰੇ ਬਾਦ ਮਤ ਮੰਦ ਚੜਾਵੇ, ਤੇ ਮੰਦੀ ਮਤ ਵਾਲੇ ਘੇਰੜ ਭਗਵਾਨ ਦਾਸ ਦੇ ਟੱਬਰ ਟੋਰ ਵਾਲੇ ਜਿਹੜੇ ਨੇ ਤੁਰਕੜਿਆਂ ਦੇ ਨਾਲ ਮਿਲ ਕੇ ਇਹ ਸਾਡੇ ਗੁਰਸਿੱਖਾਂ ਨੂੰ ਤੰਗ ਨਾ ਕਰਨ, ਹਿੰਦੂ ਅਤੇ ਮੁਸਲਮਾਨ। ਕਰ ਕੇੜੜ ਕੋ ਬੋਹਰ ਬਣਾਵੇ, ਤੇ ਐਸਾ ਨਾ ਹੋਵੇ ਕਿ ਫਿਰ ਘੇਰੜ ਭਗਵਾਨ ਦਾਸ ਦਾ ਘਰ ਹੀ ਬਣਾ ਲੈਣ। ਹਮਨੇ ਕਰੀ ਬਾਦ ਬੁਨਿਆਦ, ਔਰ ਕਿਹਾ ਕਿ ਇਹਦੀ ਜਿਹੜੀ ਬੁਨਿਆਦ ਹੈ ਉਹ ਅਸਾਂ ਨੇ ਹੁਣ ਖਤਮ ਹੀ ਕਰ ਛੱਡੀ ਹੈ। ਹੋਏ ਨਾ ਵਿਵਾਦ ਜੇ ਤਿਉ ਅਹਲਾਦ, ਔਰ ਕਿਹਾ ਕਿ ਫਿਰ ਤਾਂ ਕਿ ਵਿਵਾਦ ਨਾ ਹੋਵੇ ਕਿਸੇ ਪ੍ਰਕਾਰ ਦਾ, ਤੇ ਖੁਸ਼ਾ ਬਣਿਆ ਰਹੇ। ਜਾਂ ਤੇ ਇਹ ਮਸੀਤ ਬਣਾਵੋ, ਇਸ ਕਰਕੇ ਇੱਥੇ ਭਾਈ ਮਸੀਤ ਬਣਾ ਦਿਓ ਹੁਣ। ਸੁੰਦਰ ਦਾਨ ਤਿਮ ਕੀ ਹਰ ਖਾਵੋ, ਔਰ ਸੋਹਣੀਆਂ ਉਹਦੀਆਂ ਨੀਹਾਂ ਦੀਵਾਰਾਂ, ਸੋਹਣਾ ਦਰਵਾਜ਼ਾ ਉਹਦਾ ਰੱਖੋ ਭਾਈ। ਕਰੇ ਪ੍ਰੀਤਗਨ ਤੁਰਕ ਮਸੀਤ, ਔਰ ਕਿਹਾ ਕਿ ਜਿਸ ਵੇਲੇ ਤੁਰਕੜੇ ਆਣ ਕੇ ਦੇਖਣਗੇ ਮਸੀਤ ਵੱਲ, ਕਬ ਨ ਕਰ ਹੈ ਪੁਨ ਵਿਪਰੀਤ, ਤੇ ਫਿਰ ਕਦੇ ਵੀ ਉਹ ਢਾਉਣਗੇ ਨਹੀਂ ਜੇ ਉਹਨਾਂ ਦੀ ਮਸੀਤ ਬਣੀ ਹੋਈ ਹੋਵੇਗੀ। ਸੁਨਤ ਮਸੰਦਨ ਤਥਾ ਬਣਾਈ, ਸੁਣ ਕਰਕੇ ਮਹਾਰਾਜ ਦਾ ਹੁਕਮ, ਮਹਾਰਾਜ ਦੇ ਜਿਹੜੇ ਆਗੂ ਗੁਰਸਿੱਖ ਸਨ ਉਹਨਾਂ ਨੇ ਉੱਥੇ ਮਸੀਤ ਬਣਾ ਦਿੱਤੀ ਹੈ। ਅਬ ਲੋ ਬਿਦਤ ਹੈ ਤਿਸ ਥਾਈ, ਕਵੀ ਜੀ ਕਹਿੰਦੇ ਹੁਣ ਤੱਕ ਉਹ ਮਸੀਤ ਜਿਹੜੀ ਬਿਦਤ ਪ੍ਰਗਟ ਹੈ, ਉਹ ਮਸੀਤ ਹੈ ਸਾਧ ਸੰਗਤ ਜੀ। ਪਿਛਲੇ ਦਿਨੀ ਇਸ ਜਗ੍ਹਾ ਦੀ ਕਥਾ ਚੱਲਦੀ ਸੀ। ਉਸੇ ਇਲਾਕੇ ਦੇ ਗੁਰਮੁਖ ਪਿਆਰੇ ਬਹੁਤ ਨਿਤਨੇਮੀ ਪ੍ਰੇਮੀ, ਦਸਵੇਂ ਪਾਤਸ਼ਾਹ ਦੀ ਕਥਾ ਦੇ ਰੋਜ਼ ਹੀ ਦੇ ਪ੍ਰੇਮੀ ਹਨ। ਗੁਰਮੁਖ ਪਿਆਰੇ ਜੇ ਨਾਮ ਨਾ ਭੁੱਲਦਾ ਹੋਵੇ ਤੇ ਭਾਈ ਗੁਰਦੀਪ ਸਿੰਘ ਸ਼ਾਇਦ ਨਾਮ ਹੋਵੇ ਉਹਨਾਂ ਦਾ। ਇੱਥੇ ਤਖਤ ਸਾਹਿਬ ਤੇ ਵੀ ਉਹ ਹਾਜ਼ਰੀਆਂ ਭਰ ਕੇ ਗਏ, ਕੋਈ ਸ਼ਾਇਦ ਕੁਝ ਸਾਲ ਹੋ ਗਏ ਨੇ। ਮਹਾਰਾਜ ਦੀ ਕਿਰਪਾ, ਕੁਰਬਾਨੀ ਵਾਲੇ ਸਿੱਖ ਨੇ। ਸੋ ਉਹਨਾਂ ਨੇ ਜਾ ਕੇ ਦੀਦਾਰ ਵੀ ਕਰਵਾਇਆ, ਫੋਟੋਆਂ ਵੀ ਭੇਜੀਆਂ, ਹੋਰ ਵੀ ਜਾਣਕਾਰੀ ਵਿੱਚ ਵਾਧਾ ਹੋਇਆ। ਉਸ ਜਗ੍ਹਾ ਦਾ ਨਾਮ ਸਾਧ ਸੰਗਤ ਜੀ ਗੁਰੂ ਕੀ ਮਸੀਤ ਹੈ, ਅੱਜ ਵੀ ਬਣੀ ਹੋਈ ਹੈ। ਤੇ ਆ ਜਿਹੜਾ ਪੁਰਾਤਨ ਵਿਭਾਗ ਹੈ ਨਾ ਹਿੰਦੁਸਤਾਨ ਦਾ, ਸੋ ਉਹਦੇ ਹਿੱਸੇ ਵਿੱਚ ਉਹ ਮਸੀਤ ਆ ਗਈ ਹੈ। ਗੁਰੂ ਕੀ ਮਸੀਤ ਹੀ ਹੈ, ਉੱਥੇ ਗੁਰੂ ਕਾ ਸਥਾਨ ਹੈ, ਪਰ ਉਹ ਪੁਰਾਤਨ ਇਮਾਰਤ ਹੈ। ਸਤਿਗੁਰੂ ਜੀ ਮਾਨ ਨੇ ਮਸੀਤਾਂ ਬਣਾਈਆਂ, ਖਾਲਸਾ ਜੀ ਉਹ ਗਰੀਬ ਨਿਵਾਜ ਮਾਨ ਨੇ ਆਪ ਮਸੀਤਾਂ ਬਣਾਈਆਂ, ਮਹਾਰਾਜ ਨੇ ਤੇ ਮਸੀਤਾਂ ਬਣਾਈਆਂ। ਜਦੋਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਪੰਥ ਦਾ ਰਾਜ ਆਇਆ ਨਾ, ਸ੍ਰੀ ਮਾਨ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ, ਉਦੋਂ ਵੀ ਮਸੀਤਾਂ ਬਣਾਈਆਂ। ਉਹਨਾਂ ਦੀਆਂ ਬਣਾਈਆਂ ਮਸੀਤਾਂ ਵਿੱਚ ਅੱਜ ਵੀ ਅੱਲਾਹੂ ਅਕਬਰ ਦੀਆਂ ਬਾਂਗਾਂ ਹੁੰਦੀਆਂ ਨੇ। ਉਹਨਾਂ ਦੇ ਬਣਾਏ ਮੰਦਰਾਂ 'ਚ ਅੱਜ ਵੀ ਟੱਲ ਵੱਜਦੇ ਨੇ। ਗੁਰਸਿੱਖ ਤੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਇਹ ਤੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹੇ। ਪਰ ਦੂਸਰੇ ਜਿਹੜੇ ਨੇ, ਜਦੋਂ ਤੁਰਕੜਿਆਂ ਦਾ ਰਾਜ ਆਇਆ, ਸਾਡੇ ਸਰੋਵਰ ਪੂਰੇ ਗਏ, ਹਰਮੰਦਰ ਢਾਇਆ ਗਿਆ। ਤੇ ਜਦੋਂ ਜਿਨ੍ਹਾਂ ਨੂੰ ਅਸੀਂ ਆਪਣਾ ਨੋਹ ਮਾਸ ਦਾ ਰਿਸ਼ਤਾ ਕਹਿੰਦੇ ਰਹੇ, ਜਦੋਂ ਉਹ ਵੀ ਆਪਣੇ ਰਾਜ ਭਾਗ ਦੇ ਆਫਰ ਵਿੱਚ, ਅਫਰੇਵੇਂ 'ਚ ਆਫਰੇ ਗਏ, ਹਰਮੰਦਰ ਸਾਹਿਬ ਜੀ ਦੇ ਉੱਪਰ ਅਟੈਕ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਅਟੈਕ ਹੋਇਆ। ਹੋਰ 37 ਗੁਰਦੁਆਰਿਆਂ 'ਚ ਅਟੈਕ ਹੋਏ। ਇੱਥੇ ਗੁਰਦੁਆਰਾ ਗਾਏ ਘਾਟ ਸਾਹਿਬ ਬਾਬੇ ਨਾਨਕ ਦੀ, ਬਾਬੇ ਮਰਦਾਨੇ ਦੀ ਰਬਾਬ ਸੀ। ਸਾਧ ਸੰਗਤ ਜੀ ਉਹਦੀ ਬੇਅਦਬੀ ਹੋਈ। ਅੱਜ ਉਹ ਪੰਥ ਦੇ ਪਾਸ ਨਹੀਂ, ਇੱਥੇ ਰਬਾਬ ਸੀ ਪਟਨਾ ਸਾਹਿਬ। ਔਰ ਮਹਾਰਾਜ ਦਾ ਪਵਿੱਤਰ ਸਵਾਰਾ ਸੀ, ਸਰੂਪ ਸੀ, ਜਿਹੜੇ ਸਰੂਪ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾ ਅਖੰਡ ਪਾਠ ਇਲਾਹਾਬਾਦ ਪ੍ਰਯਾਗਰਾਜ ਤ੍ਰਿਬਿਆਨੀ ਕੀਤਾ ਸੀ। ਉਥੇ ਗੁਰੂ ਕੇ ਥੰਮ ਅਸਥਾਨ ਹੈ, ਜਿੱਥੇ ਉਹਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਧ ਸੰਗਤ ਜੀ ਆਪ ਲੋਕ ਉੱਥੇ ਚੰਬੜ ਗਏ। ਇਹ ਸਾਰਾ ਨਜ਼ਾਰਾ ਗੁਰਸਿੱਖਾਂ ਨੇ ਨੇਤਰਾਂ ਦੇ ਨਾਲ ਤੱਕਿਆ। ਬਜ਼ੁਰਗ ਭਾਈ ਦਲੀਪ ਸਿੰਘ ਜੀ ਗ੍ਰੰਥੀ ਜੀ, ਹੋਰ ਸਾਰੇ ਬਜ਼ੁਰਗ ਜੇ ਚੰਗੇ ਭਲੇ ਜਿੰਦੇ ਜਾਗਦੇ ਨੇ। ਤਾਂ ਇਸੇ ਪ੍ਰਕਾਰ ਗਰੀਬ ਨਿਵਾਜ ਮਹਾਰਾਜ ਦੇ ਘਰ ਦਾ ਬੇਅਦਬ ਕਰਨ ਦਾ ਪਾਪੀਆਂ ਨੇ ਯਤਨ ਕੀਤਾ, ਪਰ ਸਤਿਗੁਰੂ ਜੀ ਮਹਾਰਾਜ ਦੇ ਸਿੱਧਕੀ ਸਿੱਖ ਤੇ ਸਭ ਧਰਮ ਦਾ ਸਤਿਕਾਰ ਕਰਦੇ। ਮਸੀਤਾਂ, ਮੰਦਰਾਂ ਔਰ ਗਿਰਜੇ ਘਰਾਂ ਦਾ ਸਾਰਿਆਂ ਦਾ ਅਦਬ ਕਰਦੇ ਨੇ। ਅੱਜ ਵੀ ਗੁਰਸਿੱਖਾਂ ਨੇ ਕਿੰਨੀ ਸੇਵਾ ਕੀਤੀ ਹੈ। ਆ ਕਰੋਨਾ ਮਹਾਮਾਰੀ 'ਚ ਕੋਈ ਦੇਖਿਆ ਇਹ ਪੱਗਾਂ ਵਾਲੇ ਨੇ ਕਿ ਬਿਨਾਂ ਪੱਗਾਂ ਵਾਲੇ? ਸਗੋਂ ਪੱਗਾਂ ਵਾਲੇ ਦੇ ਤੇ ਸਾਰ ਲਈ ਨਹੀਂ ਕਿਸੇ ਨੇ। ਸੱਚ ਤੇ ਇਹ ਹੈ ਵਿਚਾਰੇ ਗੁਰੂ ਕੇ ਵਜ਼ੀਰ, ਗੁਰੂ ਘਰ ਦੇ ਸੇਵਾਦਾਰ, ਉਹਨਾਂ ਦੀ ਤੇ ਸਾਰ ਲਈ ਨਹੀਂ ਕਿਸੇ ਨੇ ਬਹੁਤੀ। ਚਲੋ ਕੋਈ ਇਤਰਾਜ਼ ਨਹੀਂ ਹੈ ਬਹੁਤਾ, ਪਰ ਮੇਰਾ ਮਤਲਬ ਇਹ ਹੈ ਕਹਿਣ ਦਾ ਵੀ ਕੋਈ ਇਹ ਨਹੀਂ ਦੇਖਿਆ ਵੀ ਇਹ ਪੱਗਾਂ ਵਾਲੇ ਨੇ ਕਿ ਗੈਰ ਪੱਗਾਂ ਵਾਲੇ। ਸਗੋਂ ਗੈਰ ਪੱਗਾਂ ਵਾਲਿਆਂ ਦੀਆਂ ਜ਼ਿਆਦੀਆਂ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸ੍ਰੀ ਗੁਰੂ ਪੰਥ ਨੇ। ਸੋ ਆਪਣੀ ਪੂੰਜੀ ਸਾਰੀ ਉਹਨਾਂ ਦੇ ਉੱਪਰ ਲਾ ਦਿੱਤੀ, ਸੇਵਾ ਕੀਤੀ, ਜਾਨਾਂ ਤਲੀਆਂ ਤੇ ਧਰ ਕੇ, ਬਿਮਾਰੀ ਦੀ ਨਾ ਪਰਵਾਹ ਕਰਦਿਆਂ, ਮਹਾਮਾਰੀ ਦੀ ਨਾ ਪਰਵਾਹ ਕਰਦਿਆਂ ਹੋਇਆਂ ਸੇਵਾਵਾਂ ਨਿਭਾਈਆਂ ਨੇ। ਪੰਥ ਅੱਗੇ ਵੀ ਨਿਭਾਵੇਗਾ।
ਇਹ ਗੁਰੂ ਗਰੀਬ ਨਿਵਾਜ ਮਾਣ ਨੇ ਸਾਨੂੰ ਗੁੜਤੀ ਹੀ ਐਸੀ ਦਿੱਤੀ ਹੈ। ਸਾਡੇ ਨਾਲ ਨਫ਼ਰਤਾਂ ਕਰਨ ਵਾਲੇ ਸੜਦੇ ਰਹਿਣ ਨਫ਼ਰਤ ਦੀ ਅੱਗ ਦੇ ਵਿੱਚ, ਮੱਚਦੇ ਰਹਿਣ ਈਰਖਾ ਦੀ ਅੱਗ ਵਿੱਚ। ਪੰਥ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਪੰਥ ਮਹਾਰਾਜ ਦਾ ਵਾਧਾ ਰਹੇਗਾ। ਇਹ 96 ਕਰੋੜੀ ਹੋਵੇਗਾ, ਇਹਦਾ ਰਾਜ ਭਾਗ ਹੋਵੇਗਾ। ਇਹ ਹਰ ਰੋਜ਼ ਅੱਡੀਆਂ ਚੁੱਕ ਕੇ ਕਹਿੰਦਾ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਤੋ ਇਸੇ ਪ੍ਰਕਾਰ ਇਹ ਗਰੀਬ ਨਿਵਾਜ ਮਾਣ ਨੇ ਸਾਧ ਸੰਗਤ ਜੀ ਉੱਥੇ ਮਸਜਿਦ ਬਣਾਈ ਮਹਾਰਾਜ ਦੀ ਆਗਿਆ ਪਾ ਕੇ। ਸੋ ਭਾਵੇਂ ਵੇਖੋ ਤੁਰਕੜੇ ਇੰਨਾ ਵੈਰ ਵਿਰੋਧ ਕਰਦੇ, ਗੁਰੂ ਅਰਜਨ ਦੇਵ ਜੀ ਮਾਣ ਨੂੰ ਸ਼ਹੀਦ ਕੀਤਾ, ਗੁਰਸਥਾਨਾਂ ਦਾ ਬੇਅਦਬ ਕੀਤਾ, ਮਾਣ ਨੇ ਬਾਵਜੂਦ ਉਹਦੇ ਉੱਥੇ ਮਸਜਿਦ ਬਣਾਈ। ਅੱਜ ਵੀ ਉਹ ਮਸਜਿਦ ਹੈ, ਕਦੇ ਜਾਓ ਤੇ ਜ਼ਰੂਰ ਦਰਸ਼ਨ ਕਰਨਾ। ਉਹਦਾ ਨਾਮ ਗੁਰੂ ਕੀ ਮਸਜਿਦ ਹੈ ਭਾਈ ਹਰਗੋਬਿੰਦਪੁਰੇ ਮਾਝੇ ਦੇ ਵਿੱਚ। ਸਤਿਗੁਰ ਤਹਾਂ ਬਿਰਾਜਤ ਰਹੇ, ਤੇ ਮਹਾਰਾਜ ਉਸ ਮਸਜਿਦ ਵਿੱਚ ਬਹਿੰਦੇ ਰਹੇ। ਰੁੱਤ ਬਰਖਾ ਕੇ ਆਨੰਦ ਲਹੇ, ਔਰ ਮਹਾਰਾਜ ਬਰਖਾ ਦੀ ਰੁੱਤ ਵਿੱਚ ਆਨੰਦ ਲੈਂਦੇ ਰਹੇ। ਮਿਲਤੇ ਜਲ ਤਰ ਗਗਨ ਮਝਾਰੇ, ਔਰ ਇਸੇ ਪ੍ਰਕਾਰ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ ਬਰਸਾਤ ਦੀ ਰੁੱਤ ਵਿੱਚ, ਅੱਜ ਕੱਲ ਦੇ ਮੌਸਮ ਦੇ ਵਿੱਚ। ਜਿਉ ਤਨ ਤਰੇ ਸੰਤ ਉਪਕਾਰੀ, ਕਹਿੰਦੇ ਜਿਵੇਂ ਸੰਤ ਪਰਉਪਕਾਰੀ ਸਰੀਰ ਧਾਰਨ ਕਰਦੇ ਨੇ ਪਰਉਪਕਾਰ ਦੇ ਨਿਮਿਤ, ਇਵੇਂ ਬੱਦਲ ਜਿਹੜੇ ਨੇ ਅਸਮਾਨ ਵਿੱਚ ਆ ਗਏ ਹਨ। ਕਲਰ ਖੇਤ ਸਗਲ ਥਲ ਬਰਖੈ, ਔਰ ਕੀ ਕਲਰ ਖੇਤੀ ਔਰ ਕੀ ਉਪਜਾਊ ਖੇਤੀ, ਸਾਰੀਆਂ ਥਾਵਾਂ ਤੇ ਬੱਦਲ ਜਿਹੜਾ ਹੈ ਬਰਸ ਰਿਹਾ ਹੈ। ਦੇਖ ਦੇਖ ਕਰ ਜਨ ਗਨ ਗਰਖੈ, ਔਰ ਥਾਵਾਂ ਪਰ ਥਾਵਾਂ ਤੇ ਜਿਹੜੇ ਬੱਦਲ ਹਨ ਉਹ ਗਰਜਦੇ ਹਨ। ਜਿਮ ਗੁਰ ਗਿਰਾ ਸੁਨੇ ਸਭ ਕੋਈ, ਜਿਵੇਂ ਮਹਾਰਾਜ ਦੀ ਬਾਣੀ ਨੂੰ ਸਭ ਕੋਈ ਸੁਣਦਾ ਹੈ। ਪ੍ਰੇਮ ਬੀਜ ਕੋ ਉਤਪਤ ਹੋਈ, ਔਰ ਪ੍ਰੇਮ ਦੇ ਵਿੱਚ ਮਗਨ ਹੋ ਕੇ ਮਹਾਰਾਜ ਦੀ ਬਾਣੀ ਨੂੰ ਸੁਣਦੇ ਹਨ ਗੁਰਸਿੱਖ। ਜਿਵੇਂ ਸਾਰੇ ਊਚ ਨੀਚ, ਇਵੇਂ ਇਸੇ ਪ੍ਰਕਾਰ ਬੱਦਲ ਜਿਹੜਾ ਹੈ ਉਹ ਅੱਜ ਕੱਲ ਦੇ ਮੌਸਮ ਦੇ ਵਿੱਚ ਵਰਸ ਰਿਹਾ, ਉੱਚੀਆਂ ਨੀਵੀਆਂ ਕਲਰ ਤੇ ਉਪਜਾਊ ਥਾਵਾਂ ਦੇ ਵਿੱਚ। ਮਧੁਰ ਮਧੁਰ ਤੁਨ ਸੁਨ ਸੁਨ ਮੋਰ, ਔਰ ਬੱਦਲ ਦੀਆਂ ਚਾਦਰਿਕ ਮੋਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਘੋਰ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਬੱਦਲ ਦੀਆਂ ਮਦਰ ਮਦਰ ਧੁਨੀਆਂ ਸੁਣ ਕੇ ਜਿਹੜੇ ਮੋਰ ਹਨ ਉਹ ਗਰਜਦੇ ਹਨ। ਠੌਰ ਠੌਰ ਬੋਲਤ ਕਰ ਸ਼ੋਰ, ਔਰ ਥਾਵਾਂ ਪਰ ਥਾਵਾਂ ਤੇ ਉਹਨਾਂ ਦਾ ਸ਼ੋਰ ਸੁਣਾਈ ਪੈਂਦਾ ਹੈ ਬੱਦਲਾਂ ਦਾ। ਜਥਾ ਕੀਰਤਨ ਸੁਣ ਜਗਿਆਸੀ, ਜਿਵੇਂ ਕੀਰਤਨ ਸੁਣ ਕੇ ਜਿਹੜੇ ਜਗਿਆਸੂ ਹਿਰਦੇ ਵਾਲੇ ਹਨ, ਬਸੇ ਹਿਰਦੇ ਪੁਨ ਗਾਏ ਪ੍ਰਕਾਸ਼ੀ। ਔਰ ਉਹ ਕੀਰਤਨ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਤੇ ਗਾਉਂਦੇ ਹਨ, ਜਿਵੇਂ ਕੀਰਤਨ ਦੀਆਂ ਉੱਚੀਆਂ ਧੁਨਾਂ। ਇਸ ਪ੍ਰਕਾਰ ਮੋਰ ਜਿਹੜੇ ਨੇ ਉੱਚੀ ਉੱਚੀ ਧੁਨ ਵਿੱਚ ਗਾਉਂਦੇ ਹਨ ਬੱਦਲਾਂ ਨੂੰ ਵੇਖ ਕੇ। ਦਾਦਰ ਟੇਰਤ ਹੈ ਚੋਰ, ਔਰ ਬੱਦਲ ਦਾ ਮੌਸਮ ਹੈ ਅੱਜ ਕੱਲ ਦਾ, ਬਰਸਾਤੀ ਮੌਸਮ ਹੈ। ਜਿਵੇਂ ਇੱਥੇ ਪਟਨੇ ਵਿੱਚ ਤੇ ਬਰਸਾਤਾਂ ਹੋ ਹੀ ਗਈਆਂ ਨੇ ਸ਼ੁਰੂ, ਕਰੀਬਨ ਆ ਜਿਹੜਾ ਭੂਕੰਪ ਜਿਹਾ ਆਇਆ ਹੋਇਆ, ਭੁਚਾਲ ਜਿਹਾ, ਉਹਦੇ ਕਰਕੇ ਸ਼ਾਇਦ। ਤੇ ਇਸੇ ਪ੍ਰਕਾਰ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਬਰਸਾਤ ਦਾ ਮੌਸਮ ਆਣ ਨੇ ਉੱਥੇ ਕੱਟਿਆ। ਤੇ ਬਰਸਾਤ ਦੇ ਮੌਸਮ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਦੇਖਦੇ ਨੇ ਕੁਦਰਤ ਦੇ ਨਜ਼ਾਰੇ ਨੂੰ, ਕਿ ਜਿਹੜੇ ਥਾਵਾਂ ਪਰ ਥਾਵਾਂ ਤੇ ਦਾਦਰ ਹਨ, ਡੱਡੂ ਹਨ, ਉਹ ਬੋਲਦੇ ਹਨ। ਜਿਵੇਂ ਸਿੱਖ ਪੜ੍ਹੇ ਗਿਰਾ ਗੁਰ ਜੋਰ, ਤੇ ਜਿਵੇਂ ਸਿੱਖ ਉੱਚੀ ਉੱਚੀ ਗੱਜ ਗੱਜ ਕੇ ਮਹਾਰਾਜ ਦੀ ਬਾਣੀ ਪੜ੍ਹਦੇ ਨੇ ਪ੍ਰੇਮ ਦੇ ਸਹਿਤ, ਇਵੇਂ ਡੱਡੂ ਬੋਲ ਰਹੇ ਹਨ। ਬਹੁ ਜਲ ਪਾਏ ਮੁਨਤ ਪੇ ਮੀਨ, ਕਹਿੰਦੇ ਇਸ ਪ੍ਰਕਾਰ ਬਰਸਾਤ ਹੋ ਰਹੀ ਹੈ ਬਰਖਾ ਦੀ ਰੁੱਤ ਵਿੱਚ, ਤੇ ਮੱਛੀਆਂ ਜੋ ਹਨ ਉਹ ਬਹੁਤ ਸਾਰਾ ਪਾਣੀ ਪਾ ਕੇ ਜਿਉਂ ਅਦਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ। ਰੇ ਮਨ ਐਸੀ ਹਰ ਸਿਉ ਪ੍ਰੀਤ ਕਾ ਜੈਸੀ ਮਛਲੀ ਨੀਰ, ਜਿਉਂ ਅਦਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ। ਉਹ ਬੜੀ ਸ਼ਾਂਤੀ ਅਤੇ ਸੁੱਖ ਨੂੰ ਮਾਣਦੀਆਂ ਹਨ ਮੱਛੀਆਂ। ਜਥਾ ਸਿੱਖ ਗੁਰ ਪ੍ਰੇਮ ਪਰਬੀਨ, ਜਿਵੇਂ ਸਤਿਗੁਰੂ ਜੀ ਮਹਾਰਾਜ ਦੇ ਸਿੱਖ ਮਹਾਰਾਜ ਦੇ ਪ੍ਰੇਮ ਦੇ ਵਿੱਚ ਗੁੜਚ ਹੋ ਕੇ ਆਨੰਦ ਲੈਂਦੇ ਹਨ। ਜਰਿਓ ਜਵਾਸ ਜਰਿਓ ਨ ਜਲ ਕੋ, ਔਰ ਜਿਵੇਂ ਬਰਸਾਤ ਹੁੰਦੀ ਹੈ ਤੇ ਬਰਸਾਤ ਦੇ ਵਿੱਚ ਸਭ ਕੋ ਸਰਸੈ ਵਰਸਦਾ ਸੁੱਕੈ ਜਾਵਾਹਾ, ਜਿਹੜਾ ਅੱਕ ਹੁੰਦਾ ਹੈ ਇਹ ਬਰਸਾਤ ਦੇ ਨਾਲ ਸੁੱਕ ਜਾਂਦਾ ਹੈ ਸਾਧ ਸੰਗਤ ਜੀ। ਔਰ ਜਦੋਂ ਧੁੱਪ ਚੜ੍ਹਦੀ ਹੈ ਰੇਤਲੇ ਇਲਾਕੇ ਦੇ ਵਿੱਚ, ਸੋ ਉੱਥੇ ਖਿੜ ਜਾਂਦਾ ਹੈ, ਕੈਸਾ ਚੰਦਰਾ ਕਮ ਬਖਤ ਆਹੇ। ਕਹਿੰਦੇ ਨੇ ਇਸ ਪ੍ਰਕਾਰ ਬਰਖਾ ਦੀ ਰੁੱਤ ਹੋ ਰਹੀ ਹੈ ਹਰਗੋਬਿੰਦਪੁਰੇ ਪੰਜਾਬ ਦੇ ਵਿੱਚ। ਔਰ ਜਿਹੜੇ ਜਵਾਹੇ ਹਨ ਉਹ ਸੁੱਕ ਰਹੇ ਹਨ। ਸੁਨ ਨਿੰਦਕ ਜਸ ਗੁਰੂ ਬਿਮਲ ਕੋ, ਕਹਿੰਦੇ ਨੇ ਜਿਵੇਂ ਨਿੰਦਕ ਲੋਕ ਮਹਾਰਾਜ ਦਾ ਜਸ ਸੁਣ ਕੇ ਸਤਿਗੁਰਾਂ ਦੀ ਵਡਿਆਈ ਸੁਣ ਕੇ ਜਰਦੇ ਨਹੀਂ ਨਾ, ਮੱਚਦੇ ਨੇ, ਅੰਦਰੋਂ ਅੰਦਰੀ ਲੂ ਹੋ ਜਾਂਦੇ ਨੇ ਉਹ। ਇਸ ਪ੍ਰਕਾਰ ਜਿਹੜੇ ਜਵਾਹੇ ਹਨ ਮਹਾਰਾਜ ਦਾ ਜਸ ਸੁਣ ਕੇ, ਸੋ ਜਿਵੇਂ ਨਿੰਦਕ ਸੜਦੇ ਮੱਚਦੇ ਨੇ, ਇਵੇਂ ਬਰਸਾਤ ਦੇ ਨਾਲ ਜਿਹੜੇ ਜਵਾਹੇ ਅੱਕ ਇਤਿਆਦਿਕ ਹਨ
ਉਹ ਸੜ ਰਹੇ ਮੱਚ ਰਹੇ ਹਨ। ਹਰਿਆਵਲ ਸਗਰੇ ਜਗ ਹੋਈ। ਔਰ ਬਰਸਾਤ ਹੋਣ ਦੇ ਨਾਲ ਸਾਰੀਆਂ ਥਾਵਾਂ ਤੇ ਹਰਿਆਵਲ ਹੋ ਗਈ ਹੈ। ਗੁਰਸਿੱਖੀ ਜਿਵੇਂ ਸਭ ਥਲ ਜੋਈ। ਜਿਵੇਂ ਗੁਰਸਿੱਖੀ ਜਿਹੜੀ ਆ ਸਾਰੀਆਂ ਪ੍ਰਥਾਵਾਂ ਦੇ ਉੱਪਰ ਸਫਲ ਹੋ ਰਹੀ ਹੈ ਨਾ, ਫਲੀਭੂਤ ਹੋ ਰਹੀ ਹੈ, ਇਵੇਂ ਬਰਸਾਤ ਦੇ ਮੌਸਮ ਦੇ ਵਿੱਚ ਸਭ ਜਗ੍ਹਾ ਤੇ ਹਰਿਆਵਲ ਹੋਈ ਹੈ। ਸਰਤਾ ਕੋ ਪ੍ਰਵਾਹ ਬੋ ਬਾਡਾ। ਕਹਿੰਦੇ ਇਸ ਪ੍ਰਕਾਰ ਨੇੜੇ ਵਹਿੰਦਾ ਹੋਇਆ ਬਿਆਸ ਦਰਿਆ, ਉਹਦਾ ਪ੍ਰਵਾਹ ਜਿਹੜਾ ਹੈ ਬਹੁਤ ਵਧਿਆ ਹੋਇਆ ਹੈ। ਜੋ ਕੰਠਨ ਤੇ ਜਲ ਕਹੋ ਕਾਢਾ। ਔਰ ਦੋਨਾਂ ਕੰਢਿਆਂ ਤੋਂ ਪਾਣੀ ਜਿਹੜਾ ਉਛਲ ਉਛਲ ਕੇ ਬਾਹਰ ਆਉਂਦਾ ਹੈ। ਜਿਮ ਭਗਤਨ ਕੈ ਪ੍ਰੇਮ ਪ੍ਰਵਾਹੂ। ਕਹਿੰਦੇ ਜਿਵੇਂ ਭਗਤ ਮਹਾਤਮਾ ਲੋਕ ਜਿਹੜੇ ਨੇ ਉਹਨਾਂ ਦੇ ਹਿਰਦੇ ਦਾ ਪ੍ਰੇਮ ਦਾ ਪ੍ਰਵਾਹ ਜੋ ਹੈ। ਰਸ ਕੋ ਲੈ ਬੈ ਬਧੇ ਉਮਾਹੂ। ਉਹ ਰਸ ਨੂੰ ਲੈਂਦੇ ਨੇ ਤੇ ਰਸ ਲੈ ਕੇ ਉਹ ਮਾਹ ਵੱਧ ਜਾਂਦਾ ਨਾ, ਅੰਦਰਲਾ ਪ੍ਰੇਮ ਰਸਨਾ ਦੇ ਰਾਹੀਂ, ਨੇਤਰਾਂ ਦੇ ਰਾਹੀਂ ਉਛਲ ਉਛਲ ਕੇ ਬਾਹਰ ਆਉਂਦਾ ਹੈ। ਇਵੇਂ ਬਰਸਾਤ ਦੇ ਮੌਸਮ ਦੇ ਵਿੱਚ ਬਿਆਸ ਦਰਿਆ ਵਿੱਚੋਂ ਪਾਣੀ ਉਛਲ ਕੇ ਬਾਹਰ ਆ ਰਹੇ ਹੈ। ਪਾਵਸ ਪਾਏ ਬੀਜ ਬੋ ਉਪਜੈ। ਕਹਿੰਦੇ ਇਸ ਪ੍ਰਕਾਰ ਸੋ ਦੁਬਾਰਾ ਕਿਰਪਾ ਕਰਿਓ। ਪਾਵਸ ਪਾਏ ਬੀਜ ਬੋ ਉਪਜੈ। ਕਹਿੰਦੇ ਇਸ ਤਰ੍ਹਾਂ ਬਰਸਾਤ ਨੂੰ ਪਾ ਕੇ ਕਈ ਪ੍ਰਕਾਰ ਦੇ ਜਿਹੜੇ ਰੁੱਖ ਬ੍ਰਿਸ਼ ਨੇ ਉਤਪੰਨ ਹੋ ਰਹੇ ਹਨ। ਜਿਮ ਸਿੱਖੀ ਤੇ ਗੁਣ ਗਨ ਨਿਪਜੈ। ਔਰ ਜਿਵੇਂ ਗੁਰਸਿੱਖੀ ਕਰਕੇ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ ਸੁਤੇ ਹੀ। ਸਤਿਗੁਰ ਸਲਤਾ ਕੇ ਟਟ ਜਾਏ। ਔਰ ਗਰੀਬ ਨਿਵਾਜ ਮਹਾਰਾਜ ਐਸੇ ਮੌਸਮ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਜਾਂਦੇ ਹਨ। ਬੈਠ ਬਿਲੋ ਕੇ ਜਲ ਸਮੁਦਾਏ। ਔਰ ਬੈਠ ਕੇ ਪਾਣੀ ਨੂੰ ਦੇਖਦੇ। ਅੱਜ ਕੱਲ ਸਾਡਾ ਕੀ ਸੁਭਾਅ ਬਣਿਆ, ਜਦੋਂ ਕੋਈ ਕੁਦਰਤ ਦਾ ਨਜ਼ਾਰਾ ਹੋਵੇ ਅਸੀਂ ਘਰਾਂ ਵਿੱਚ ਲੋਕੇ ਬੈਠੇ ਹੁੰਦੇ ਆ। ਪਹਿਲਾਂ ਬਰਸਾਤਾਂ ਹੁੰਦੀਆਂ ਲੋਕ ਸੋ ਕਈ ਮੈਂ ਤੇ ਐਸੇ ਵੀ ਗੁਰਮੁਖ ਲੋਕ ਦੇਖੇ ਨੇ, ਬਰਸਾਤ ਹੋਣੀ ਤੇ ਚੌਂਕੜਾ ਮਾਰ ਕੇ ਭਜਨ ਕਰਨਾ। ਇੱਕ ਨਿਹੰਗ ਸਿੰਘ ਸਨ, ਜਦੋਂ ਬਰਸਾਤ ਹੋਣੀ ਤੇ ਚੌਂਕੜਾ ਮਾਰ ਕੇ ਚੰਡੀ ਦੀ ਵਾਰ ਅਕਾਲ ਉਸਤਤ ਉਹਨਾਂ ਨੂੰ ਕੰਠ ਸੀ, ਉਹ ਗੱਜ ਗੱਜ ਕੇ ਪੜਿਆ ਕਰਦੇ ਸਨ। ਬਰਸਾਤ ਦਾ ਵੀ ਆਨੰਦ ਲੈਂਦੇ ਸਨ ਤੇ ਲੈਣਾ ਚਾਹੀਦਾ ਹੈ। ਅੱਜ ਕੱਲ੍ਹ ਨਾ ਲੋਕਾਂ ਦੇ ਸੁਭਾਅ ਬੜੇ ਅਜੀਬ ਹੋ ਗਏ। ਦੇਖ ਕੇ ਮੇਰੇ ਮਨ ਨੂੰ ਤੇ ਬੜੀ ਸੰਗ ਜੀ ਆਉਂਦੀ ਉਹਨਾਂ ਲੋਕਾਂ ਨੂੰ ਦੇਖ ਕੇ। ਜੇ ਕੋਈ ਕੁਦਰਤ ਦਾ ਨਜ਼ਾਰਾ ਹੋਵੇਗਾ ਜਾਂ ਕੋਈ ਧਰਮ ਦਾ ਆਨੰਦ ਹੋਵੇਗਾ, ਲੋਕ ਮੋਬਾਈਲ ਕੱਢ ਕੇ ਤੇ ਉਦੋਂ ਰਿਕਾਰਡ ਜਿਹਾ ਕਰਨ ਲੱਗ ਜਾਣਗੇ ਵੀ ਜੇ ਕੋਈ ਮੀਂਹ ਪੈ ਰਿਹਾ ਹੈ, ਸੋਹਣਾ ਮੌਸਮ ਹੈ, ਫੁੱਲ ਫਲ ਫਲੀਭੂਤ ਹੋਏ ਨੇ, ਜਾਂ ਕੋਈ ਧਰਮ ਦਾ ਆਨੰਦ ਹੈ, ਸੋਹਣਾ ਕੀਰਤਨ ਹੋ ਰਿਹਾ, ਤੇ ਭਲਿਓ ਆਨੰਦ ਲੈ ਲਓ। ਭਲਾ ਆਨੰਦ ਲੈ ਲਓ। ਜੇ ਕੋਈ ਬਾਣੀ ਪੜ੍ਹ ਰਿਹਾ ਪ੍ਰੇਮ ਦੇ ਨਾਲ, ਆਨੰਦ ਵਾਲਾ ਵਰਤਾਰਾ, ਤਾਂ ਆਨੰਦ ਲਓ। ਬਾਕੀ ਗੱਲਾਂ ਬਾਅਦ ਦੀਆਂ ਨੇ। ਅਸੀਂ ਉਲਝੇ ਹੋਏ ਆ ਕਿ ਉਸ ਸਮੇਂ ਸਾਨੂੰ ਦੁਨੀਆਦਾਰੀ ਲੋਕ ਪਚਾਰਾ ਚੇਤੇ ਆਉਂਦਾ, ਸਾਨੂੰ ਆਪਣੇ ਮਨ ਦਾ ਆਨੰਦ ਨਹੀਂ ਚੇਤੇ ਆਉਂਦਾ ਹੈ। ਗੁਰਮੁਖ ਲੋਕ ਜਿਹੜੇ ਸਾਧ ਸੰਗਤ ਜੀ ਇਸ ਮੌਸਮ ਦਾ ਵੀ ਆਨੰਦ ਲੈਂਦੇ ਹਨ। ਮਹਾਰਾਜ ਨੇ ਬਗੀਚੀਆਂ ਲਗਾਈਆਂ ਸਨ, ਬਗੀਚੀਆਂ ਵਿੱਚ ਬੈਠਿਆ ਕਰਦੇ, ਤੇ ਹੁਣ ਇੱਥੇ ਕਥਾ ਵਿੱਚ ਬਚਨ ਆ ਰਹੇ। ਦੁਬਾਰਾ ਕਿਰਪਾ ਕਰਿਓ। ਸਤਿਗੁਰ ਸਲਤਾ ਕੇ ਟਟ ਜਾਏ। ਇਸ ਬਰਸਾਤ ਦੇ ਮੌਸਮ ਦੇ ਵਿੱਚ, ਹੁਣ ਬਰਸਾਤਾਂ ਦੇ ਕਰੀਬਨ ਸ਼ੁਰੂ ਹੋ ਹੀ ਗਈਆਂ ਨੇ ਨਾ, ਤੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਮਹਾਰਾਜ ਸਲਤਾ ਕੇ ਟਟ ਜਾਏ। ਉਹ ਬਿਆਸ ਦਰਿਆ ਜੋ ਹੈ ਉਹਦੇ ਕੰਢੇ ਤੇ ਜਾਂਦੇ ਹਨ। ਬੈਠ ਬਿਲੋ ਕੇ ਜਲ ਸਮੁਦਾਏ। ਉਹਦੇ ਕੰਢੇ ਤੇ ਬਹਿ ਕੇ ਤੇ ਜਲ ਨੂੰ ਦੇਖਦੇ ਨੇ, ਨਾਮ ਜਪਦੇ ਹੋਣਗੇ, ਬਾਣੀ ਪੜ੍ਹਦੇ ਹੋਣਗੇ। ਮਹਾਰਾਜ ਦੀ ਦਰਿਆਵਾਂ ਨਾਲ ਬੜੀ ਪ੍ਰੀਤੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਕਰਤਾਰਪੁਰ ਵਸਾਇਆ। ਔਰ ਇਸੇ ਪ੍ਰਕਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਬਤ ਆਉਂਦਾ, ਬਾਣੀ ਵਿੱਚ ਆਉਂਦਾ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਬਿਆਸਾ ਦਰਿਆ ਦੇ ਕੰਢੇ ਤੇ ਗੋਇੰਦਵਾਲ ਮਾਨ ਨੇ ਵਸਾਇਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਕਥਾ ਆਪ ਜੀ ਦੀ ਸੰਗਤ ਨੇ ਰੋਜ਼ ਸੁਣੀ ਹੋਵੇਗੀ। ਇੱਥੇ ਪੁਰਬ ਦੀ ਕਥਾ ਕਰੀਬਨ ਮਹੀਨਾ ਕਥਾ ਚੱਲਦੀ ਮਹਾਰਾਜ ਦੇ ਪੁਰਬ ਦੀ। ਕਿੰਨੀ ਮਹਾਰਾਜ ਜਾ ਕੇ ਜਲ ਕਰੀੜਾ ਕਰਿਆ ਕਰਦੇ ਸਨ ਗੰਗਾ ਜੀ ਦੇ ਕੰਢੇ ਤੇ। ਫਿਰ ਇੱਥੇ ਮਾਨ ਨੇ ਗੰਗਾ ਜੀ ਦੇ ਕੰਢੇ ਤੇ ਅਵਤਾਰ ਧਾਰਿਆ, ਅਨੰਦਪੁਰ ਸਾਹਿਬ ਤੀਰਥ ਤਦਰਵਗਨ ਸੁਧਾਰਾ। ਫਿਰ ਨਗਰ ਸ਼ਹਿਰ ਪਾਮਟਾ ਕੀ ਸੁਧ ਲਈ। ਤਾਂ ਉਸ ਵੇਲੇ ਬਚਨ ਆਉਂਦੇ ਦਸਮ ਮਹਾਰਾਜ ਦੀ ਬਾਣੀ 'ਚ, ਜਮਨਾ ਬਹੇ ਸਮੀਪ, ਜਮਨਾ ਦੇ ਕੰਢੇ ਤੇ। ਹਜੂਰ ਸਾਹਿਬ ਗੰਗਾ ਗੋਦਾਵਰੀ ਜੀ ਦੇ ਕੰਢੇ ਤੇ ਆਪ ਜੀ ਨੇ ਬੇਅੰਤ ਚੋਜ ਕੀਤੇ ਨੇ। ਇਹਨਾਂ ਦਰਿਆਵਾਂ ਦੀ ਮਹਾਰਾਜ ਦੇ ਨਾਲ ਪ੍ਰੀਤੀ ਹੈ। ਜੇ ਤੁਹਾਡੇ ਆਸ-ਪਾਸ ਕੋਈ ਦਰਿਆ, ਨਦੀ, ਨਾਲਾ ਹੋਵੇ, ਯਤਨ ਕਰੋ ਉਹਨੂੰ ਸਾਫ਼ ਕਰ ਦਿਓ, ਸਫਾਈ ਰੱਖੋ। ਉਹਦੇ ਕੰਢੇ ਤੇ ਬੈਠ ਕੇ ਕੋਈ ਕਵਿਤਾ ਲਿਖੋ, ਭਜਨ ਕਰੋ, ਮਹਾਰਾਜ ਦੀ ਵਡਿਆਈ ਲਿਖੋ, ਬਾਣੀ ਲਿਖੋ। ਸੋ ਇਸੇ ਪ੍ਰਕਾਰ ਇਹਨਾਂ ਦਰਿਆਵਾਂ ਦੇ ਸਾਡੇ ਮਨੁੱਖੀ ਮਨ ਦੇ ਨਾਲ ਗਹਿਰੇ ਸੰਬੰਧ ਨੇ। ਇਹਨਾਂ ਨੂੰ ਭੈੜਾ ਨਾ ਕਰਨ ਦਿਓ ਕਿਸੇ ਨੂੰ ਵੀ। ਜੇ ਕੋਈ ਭੈੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ। ਬੜੇ ਪ੍ਰਕਾਰ ਦੇ ਕਾਨੂੰਨ ਹਨ। ਇਹਨਾਂ ਪਾਣੀਆਂ ਨੂੰ ਸੰਭਾਲ ਕੇ ਰੱਖੋ। ਅਸੀਂ ਤੇ ਜਾਣੇ ਪਾਣੀਆਂ ਕਰਕੇ ਜਾਂਦੇ ਹਾਂ ਭਾਈ, 5 ਆਬੀ ਪੰਜਾਬੀ, 5 ਆਬ ਕਰਕੇ, ਸੋ ਨਦੀਆਂ ਨਾਲਿਆਂ ਕਰਕੇ, ਦਰਿਆਵਾਂ ਕਰਕੇ ਜਾਣੇ ਜਾਂਦੇ ਆ। ਤੇ ਮਹਾਰਾਜ ਬਰਸਾਤ ਦੇ ਮੌਸਮ ਦੇ ਵਿੱਚ
ਇਸ ਨਦੀ ਦੇ ਕੰਢੇ ਤੇ ਜਾਂਦੇ ਤੇ ਜਾ ਕੇ ਜਲ ਦੇਖਦੇ ਖੁਸ਼ ਹੁੰਦੇ ਹਨ। ਵੱਡੇ ਵੇਗ ਤੇ ਬਗੇ ਪ੍ਰਵਾਹੂ। ਔਰ ਇਸੇ ਪ੍ਰਕਾਰ ਦੇਖਦੇ ਨੇ ਚਫੇਰੇ ਪਾਣੀ ਦਾ ਪ੍ਰਵਾਹ ਵਹਿੰਦਾ ਹੈ। ਕਾਸ਼ਟ ਬਹਿ ਜਾਏ ਗਨ ਮਾਹੂ। ਕਹਿੰਦੇ ਇਸ ਪ੍ਰਕਾਰ ਸੋ ਕਈ ਪ੍ਰਕਾਰ ਦੇ ਜੀਵ ਜੰਤੂ ਜਿਹੜੇ ਹਨ ਉਹਦੇ ਵਿੱਚ ਪਾਣੀ ਵਿੱਚ ਵਹਿੰਦੇ ਹਨ। ਨੀਰ ਨਵੀਨ ਮਲੀਨ ਸੋ ਪੀਨ। ਔਰ ਉਸ ਦਰਿਆ ਦਾ ਪਾਣੀ ਨਵਾਂ ਹੈ ਪਰ ਹੈ ਮੈਲਾ ਔਰ ਬਹੁਤ ਜ਼ਿਆਦਾ ਗਾੜਾ ਹੈ। ਤਰਜੁਤ ਡਟ ਕੋ ਟਾਹਨ ਕੀਨ। ਉਹ ਮੈਲਾ ਕਿਉਂ ਹੋ ਰਿਹਾ, ਗਾੜਾ ਕਿਉਂ ਹੋ ਰਿਹਾ? ਅਸਲ ਵਿੱਚ ਮੈਲਾ ਨਹੀਂ ਕਹਿ ਸਕਦੇ, ਗਾੜਾ ਕਹਿ ਸਕਦੇ, ਕਿਉਂਕਿ ਉਹ ਪਾਣੀ ਦੇ ਪ੍ਰਵਾਹ ਕਰਕੇ ਦਰਿਆ ਆਦਿਕ ਦੇ ਜਿਹੜੇ ਕੰਢੇ ਹਨ ਉਹਨਾਂ ਨੂੰ ਅਤੇ ਕੰਢਿਆਂ ਦੇ ਸਮੇਤ ਰੁੱਖਾਂ ਨੂੰ, ਬ੍ਰਿਸ਼ਾਂ ਨੂੰ ਉਹ ਪਾਣੀ ਰੋੜ ਕੇ ਲਿਜਾ ਰਿਹਾ ਹੈ। ਔਰ ਉਸ ਪਾਣੀ ਵਿੱਚ ਸੋ ਰੁੱਖ ਬ੍ਰਿਸ਼ ਲੱਕੜਾਂ ਇਤਿਆਦਿਕ ਵਹਿੰਦੀਆਂ ਹਨ। ਸਹਤ ਅਨੇਕ ਬਿਗਜ਼ਾਰ ਅਸੇਖੂ। ਕਹਿੰਦੇ ਇਸ ਪ੍ਰਕਾਰ ਉਸ ਪਾਣੀ ਦੇ ਕੰਢੇ ਦੇ ਉੱਪਰ ਸਹਤ ਅਨੇਕ ਵਿਕਾਰ ਅਸੇਖੂ। ਕਵੀ ਜੀ ਕਹਿੰਦੇ ਨੇ ਉਹ ਪਾਣੀ ਜਿਹੜਾ ਹੈ ਰੁੱਖਾਂ ਬ੍ਰਿਸ਼ਾਂ ਨੂੰ ਵਹਾ ਕੇ ਰੋੜ ਕੇ ਇਵੇਂ ਲਿਜਾ ਰਿਹਾ ਜਿਵੇਂ ਵਿਕਾਰਾਂ ਦੇ ਸਮੇਤ ਅਨੇਕਾਂ ਹੀ ਅਗਿਆਨ ਆਦਿਕ ਔਗਣਾਂ ਨੂੰ। ਹਤੇ ਗਿਆਨ ਜਿਮ ਰਾਗ ਰੁਦ ਵੇਖੂ। ਔਰ ਗਿਆਨ ਜਿਹੜਾ ਹੈ ਜਿਵੇਂ ਰਾਗ ਨੂੰ, ਦਵੈਸ਼ ਨੂੰ, ਔਗਣਾਂ ਨੂੰ ਨਾਸ਼ ਕਰ ਦਿੰਦਾ ਹੈ, ਰੋੜ ਕੇ ਲੈ ਜਾਂਦਾ ਹੈ। ਇਵੇਂ ਪਾਣੀ ਜਿਹੜਾ ਹੈ ਲੱਕੜ ਇਤਿਆਦਿਕ ਰੁੱਖਾਂ ਇਤਿਆਦਿਕ ਨੂੰ ਰੋੜ ਕੇ ਲਿਜਾ ਰਿਹਾ। ਕਬ ਕਬ ਲਾਗੇ ਤਹਾਂ ਦੀਵਾਨ। ਕਦੇ ਕਦੇ ਤੇ ਮਹਾਰਾਜ ਜਲ ਦੇ ਐਨ ਕੰਢੇ ਤੇ, ਸਰੋਵਰ ਦੇ ਦਰਿਆ ਦੇ ਕੰਢੇ ਤੇ ਦੀਵਾਨ ਸਜਾਉਂਦੇ ਹਨ। ਕਰੈ ਰਬਾਬੀ ਸਭ ਸੁਗਾਨ। ਔਰ ਇਸ ਪ੍ਰਕਾਰ ਰਬਾਬੀ ਸਿੰਘ ਜਿਹੜੇ ਨੇ ਕੰਢੇ ਤੇ ਬਹਿ ਕੇ ਸ਼ਬਦ ਗਾਇਨ ਕਰਦੇ ਹਨ। ਦੇ ਲੋਕ ਮਿਲੇ ਉਪਹਾਰ। ਤੇ ਬਹੁਤ ਸਾਰੇ ਗੁਰਸਿੱਖ ਮਹਾਰਾਜ ਨੂੰ ਉਪਹਾਰ ਭੇਟਾਵਾਂ ਦੇ ਕੇ ਮਿਲਦੇ ਹਨ। ਜਾਣੇ ਗੁਰੂ ਪ੍ਰਤਾਪ ਉਦਾਰਾ। ਔਰ ਮਹਾਰਾਜ ਦੇ ਬਹੁਤ ਵੱਡੇ ਭਾਰੀ ਪ੍ਰਤਾਪ ਨੂੰ ਜਾਣਦੇ ਹਨ। ਗ੍ਰਾਮ ਗ੍ਰਾਮ ਘਰ ਘਰ ਤਿਸ ਦੇਸ। ਔਰ ਥਾਵਾਂ ਪ੍ਰਥਾਵਾਂ ਤੇ ਘਰਾਂ ਘਰਾਂ ਉਸ ਇਲਾਕੇ ਦੇ ਵਿੱਚ, ਮਾਝੇ ਦੇ ਇਲਾਕੇ ਵਿੱਚ ਵਧਿਓ ਨਿਤਾ ਪ੍ਰਤੇਸ ਵਿਸ਼ੇਸ਼। ਮਹਾਰਾਜ ਦਾ ਬਹੁਤ ਵੱਡਾ ਭਾਰੀ ਪ੍ਰਤਾਪ ਵਧਿਆ ਹੋਇਆ ਹੈ। ਬਹੁਤ ਕਾ ਵਿਦਿਏ ਕੇ ਕੋਰੇ। ਕਹਿੰਦੇ ਇਸ ਪ੍ਰਕਾਰ ਗਰੀਬ ਨਿਵਾਜ ਮਹਾਰਾਜ ਜੀ ਨੇ ਜਾਣਿਆ ਕਿ ਭਾਈ ਬਿਧੀ ਚੰਦ ਜੀ ਸਾਹਿਬ, ਉਹਨਾਂ ਦਾ ਜਿਹੜਾ ਘੋੜਾ ਹੈ ਉਹਨੂੰ ਬਹੁਤ ਸਾਰੇ ਜ਼ਖਮ ਲੱਗੇ ਹਨ। ਮ੍ਰਿਤਕ ਪਇਓ ਸੋਭੀ ਤਿਸ ਠੋਰੇ। ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਹੋਇਆਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦਾ ਘੋੜਾ ਸ਼ਹੀਦ ਹੋ ਗਿਆ। ਅਪਰ ਸੁਭਟ ਕੇ ਮਰੇ ਤੁਰੰਗ। ਹੋਰ ਵੀ ਬਹੁਤ ਸਾਰੇ ਸੂਰਮਿਆਂ ਦੇ ਘੋੜੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਹਨ। ਕੇਤਕ ਜੋਧਾ ਘਾਇਲ ਅੰਗ। ਤੇ ਬਹੁਤ ਸਾਰੇ ਸੂਰਮੇ ਜਿਹੜੇ ਨੇ ਉਹਨਾਂ ਦੇ ਸਰੀਰ ਦੇ ਅੰਗਾਂ ਤੇ ਜ਼ਖਮ ਲੱਗੇ ਹਨ। ਸਭ ਕੀ ਖਾਨ ਪਾਨ ਸੁਧ ਸਾਰੀ। ਉਸ ਵੇਲੇ ਮਾਨ ਨੇ ਜ਼ਖਮੀ ਸੂਰਮੇ ਜਿਹੜੇ ਨੇ ਉਹਨਾਂ ਦੇ ਇਲਾਜ ਦੀ, ਖਾਨ ਪਾਨ ਆਦਿਕ ਦੀ ਸੁਧ ਲਈ ਹੈ। ਲੇਤ ਸਦਾ ਗੁਰ ਕਰੁਣਾ ਧਾਰੀ। ਔਰ ਗਰੀਬ ਨਿਵਾਜ ਮਹਾਰਾਜ ਸਦਾ ਹੀ ਸਾਰਿਆਂ ਦੀ ਸਾਰ ਲੈਂਦੇ ਹਨ। ਲਗੇ ਖਰੀਦਨ ਹੈ ਬੰਡ ਮੂਲ। ਔਰ ਉਸ ਪ੍ਰਕਾਰ ਮਹਾਰਾਜ ਫਿਰ ਗੁਰਸਿੱਖਾਂ ਦੇ ਵਾਸਤੇ, ਬਹਾਦਰ ਯੋਧਿਆਂ ਦੇ ਵਾਸਤੇ ਘੋੜਿਆਂ ਦੀ ਖਰੀਦੋ ਫਰੋਖਤ ਜੋ ਹੈ ਸ਼ੁਰੂ ਕਰਨ ਲੱਗੇ ਹਨ। ਤਾਏ ਅਧਿਕ ਬਲ ਜੁਤ ਅਰ ਲੋਲ। ਔਰ ਬਹੁਤ ਸੁੰਦਰ ਘੋੜੇ, ਬੜੇ ਦੌੜਨ ਵਾਲੇ, ਬੜੇ ਚੰਚਲ ਚਪਲ ਸਿਆਣੇ ਉਹ ਘੋੜੇ ਮਹਾਰਾਜ ਗੁਰਸਿੱਖਾਂ ਦੇ ਵਾਸਤੇ ਖਰੀਦੇ ਹਨ। ਦੇਤ ਭੈ ਸਿੱਖਨ ਕੇ ਤਰੈ। ਔਰ ਇਸ ਪ੍ਰਕਾਰ ਸੋਹਣੇ ਘੋੜੇ ਲੈ ਕੇ ਮਹਾਰਾਜ ਗੁਰਸਿੱਖਾਂ ਨੂੰ ਦਿੰਦੇ ਹਨ। ਲੈ ਲੈ ਸੁਬਟ ਸਰਾਹਤ ਚਰੈ। ਲੈ ਲੈ ਕਰਕੇ ਗੁਰਸਿੱਖ ਜਿਹੜੇ ਨੇ ਘੋੜਿਆਂ ਨੂੰ ਸਰਾਉਂਦੇ ਨੇ ਕਿ ਮਾਨ ਨੇ ਬਹੁਤ ਸੋਹਣਾ ਘੋੜਾ ਦਿੱਤਾ ਹੈ। ਬਹੁ ਕੀਮਤ ਕੋ ਹੈ ਨਹਿ ਪਾਵੈ। ਪਰ ਸਤਿਗੁਰੂ ਜੀ ਮਹਾਰਾਜ ਕੋਈ ਐਸਾ ਘੋੜਾ ਜੋ ਬਹੁਤ ਕੀਮਤੀ, ਬਹੁਤ ਜ਼ਿਆਦਾ ਸੁੰਦਰ ਅਤੇ ਮਹਿੰਗਾ ਹੋਵੇ, ਜਿਸ ਪਰ ਗੁਰੂ ਚੜ੍ਹੇ ਹਰ ਖਾਵੇ। ਉਹ ਘੋੜਾ ਨਹੀਂ ਪ੍ਰਾਪਤ ਹੁੰਦਾ ਜਿਹਦੇ ਉੱਪਰ ਮਹਾਰਾਜ ਚੜ੍ਹਨ ਅਤੇ ਪ੍ਰਸੰਨਤਾ ਪ੍ਰਾਪਤ ਕਰਨ, ਕਿਉਂਕਿ ਹਰੇਕ ਘੋੜਾ ਜੋ ਸੀ ਮਹਾਰਾਜ ਦੀ ਅਸਵਾਰੀ ਦੇ ਲਾਇਕ ਨਹੀਂ ਸੀਗਾ। ਸਾਧ ਸੰਗਤ ਜੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਵੱਡਾ ਡੀ ਡੋਲ ਸੀ, ਕੱਦ ਕਾਠ ਜਿਹਨੂੰ ਆਪਾਂ ਕਹਿੰਦੇ, ਵੱਡਾ ਡੀ ਡੋਲ ਹੋਣੇ ਤੇ ਸੋ ਮਾੜਾ ਘੋੜਾ ਜਿਹੜਾ ਸੀ ਮਹਾਰਾਜ ਦੀ ਅਸਵਾਰੀ ਦੇ ਵਾਸਤੇ ਸਮਰੱਥ ਨਹੀਂ ਸੀਗਾ। ਤੋ ਕੋਈ ਵਿਸ਼ੇਸ਼ ਘੋੜੇ ਚੰਗੀ ਵਧੀਆ ਉੱਚ ਜਾਤੀ ਦੇ ਹੁੰਦੇ ਸਨ, ਉਹਨਾਂ ਦੇ ਉੱਪਰ ਹੀ ਮਹਾਰਾਜ ਸੱਜਿਆ ਕਰਦੇ ਸਨ। ਪਰ ਉਹ ਘੋੜਾ ਫਿਲਹਾਲ ਮਿਲ ਨਹੀਂ ਰਿਹਾ ਹੈ। ਵੱਡੋ ਚਲਾਕ ਬਲੀ ਤਨ ਹੋਏ। ਜੋ ਬੜੀ ਸਲੀਰ
ਸਰੀਰ ਵਾਲਾ ਹੋਵੇ ਤੇ ਬੜਾ ਸਿਆਣਾ ਹੋਵੇ। ਸਤਿਗੁਰ ਭਾਰ ਉਚਾਵੈ ਸੋਏ। ਔਰ ਮਹਾਰਾਜ ਦੇ ਭਾਰ ਨੂੰ ਵੀ ਉਚਾ ਸਕਦਾ ਹੋਵੇ ਆਪਣੇ ਉੱਪਰ। ਇਕ ਤੋਂ ਬਲਜਿਤ ਢੀਲ ਵਿਸਾਲਾ। ਇੱਕ ਤਾਂ ਮਹਾਰਾਜ ਬੜੇ ਬਲ ਦੇ ਸਮੇਤ ਹਨ, ਬੜੇ ਸਡੀਲ ਹਨ। ਦੁਤੀਏ ਅਰੂਢਨ ਤੇਜ ਕਿਰਪਾਲਾ। ਤੇ ਦੂਸਰਾ ਮਹਾਰਾਜ ਜਦੋਂ ਘੋੜੇ ਤੇ ਸਵਾਰ ਹੁੰਦੇ ਨੇ ਬੜੀ ਤੇਜ਼ੀ ਨਾਲ ਘੋੜਾ ਦੌੜਾਉਂਦੇ ਹਨ। ਇਸ ਕਰਕੇ ਮਾੜੇ ਘੋੜੇ ਨੇ ਮਹਾਰਾਜ ਦਾ ਪਵਿੱਤਰ ਸਰੀਰ ਜਿਹੜਾ ਹੈ ਉਹ ਆਪਣੇ ਸਰੀਰ ਤੇ ਕੀ ਚੱਲਣਾ ਹੋਇਆ ਭਲਾ। ਨਹਿ ਪਸੰਦ ਮਹਿ ਕੋ ਹੈ ਆਵੇ। ਪਰ ਐਸਾ ਕੋਈ ਘੋੜਾ ਜਿਹੜਾ ਹੈ ਮਹਾਰਾਜ ਔਰ ਮਹਾਰਾਜ ਦੇ ਗੁਰਸਿੱਖਾਂ ਦੇ ਪਸੰਦ ਹੀ ਨਹੀਂ ਆਉਂਦਾ ਹੈ। ਗੁਰ ਅਸਵਾਰੀ ਜੋ ਨਿਭਾਵੇ। ਜੋ ਮਹਾਰਾਜ ਦੀ ਅਸਵਾਰੀ ਦੇ ਸਮਰੱਥ ਹੋਵੇ। ਸਿਮਰਤ ਹੈ ਨਿਤ ਪ੍ਰਥਮ ਤੁਰੰਗ। ਮਹਾਰਾਜ ਨਿਤ ਹੀ ਉਸ ਘੋੜੇ ਨੂੰ ਚਿੱਤਿਆਂ ਕਰਦੇ ਹਨ। ਗੁਣ ਗਨ ਸਰਬ ਹੁਤੇ ਜਿਸ ਅੰਗ। ਜਿਹਦੇ ਸਰੀਰ ਵਿੱਚ ਬਹੁਤ ਜ਼ਿਆਦੇ ਗੁਣ ਸਨ, ਜੋ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਚੁੱਕਿਆ ਹੈ। ਲਪੁਰ ਤੇ ਬੋ ਕਰੇ ਉਪਾਏ। ਔਰ ਬੜੇ ਜ਼ਿਆਦੇ ਉਪਾਅ ਕਰਕੇ ਯਤਨ ਕਰਕੇ ਲਾਹੌਰ ਤੋਂ ਪ੍ਰਾਪਤ ਕੀਤਾ ਸੀ। ਸੰਗਤ ਨੇ ਸੁਣੀ ਹੋਵੇਗੀ ਕਥਾ ਕਿ ਮਹਾਰਾਜ ਵਾਸਤੇ ਘੋੜੇ ਲੈ ਕੇ ਆਏ ਸੀ, ਸ਼ਾਹਜਹਾਨ ਨੇ ਖੋਲੇ ਸੀਗੇ। ਫਿਰ ਉਹ ਕਾਜੀ ਨੇ ਲੈ ਲਿਆ, ਮਾਰ ਨੇ ਕਾਜੀ ਦੇ ਕੋਲੋਂ ਲਿਆ ਸੀ ਘੋੜਾ। ਬੜੇ ਦਿਨ ਉਸ ਘੋੜੇ ਦੀ ਕਥਾ ਚੱਲਦੀ ਰਹੀ ਸੀ। ਉਸ ਘੋੜੇ ਨੂੰ ਮਹਾਰਾਜ ਚੇਤਿਆਂ ਕਰਦੇ ਹਨ। ਤਬ ਕੇ ਹਮ ਲਿਆਏ ਹਰ ਖਾਏ। ਮਹਾਰਾਜ ਕਹਿੰਦੇ ਉਸ ਦਿਨ ਤੋਂ ਬਾਅਦ ਉਸ ਘੋੜੇ ਨੂੰ ਅਸਾਂ ਨੇ ਬਹੁਤ ਪ੍ਰਸੰਨਤਾ ਦੇ ਨਾਲ ਲਿਆ ਸੀਗਾ। ਚਿਰੰਕਾਲ ਦੀ ਨਸ ਅਸਵਾਰੀ। ਉਸ ਘੋੜੇ ਨੇ ਬੜਾ ਲੰਮਾ ਸਮਾਂ ਸਾਨੂੰ ਅਸਵਾਰੀ ਦਿੱਤੀ, ਆਪਣੀ ਸੇਵਾ ਦਿੱਤੀ। ਲਗੇ ਕਾਵਗਨ ਮ੍ਰਿਤ ਕੋ ਧਾਰੇ। ਔਰ ਬਹੁਤ ਸਾਰੇ ਜ਼ਖਮ ਸਰੀਰ ਤੇ ਝੱਲ ਕੇ ਉਹ ਬੜੇ ਮਰਦਾਂ ਦੀ ਤਰ੍ਹਾਂ ਸ਼ਹੀਦ ਹੋਇਆ। ਤੁਸੀਂ ਹੈਰਾਨ ਹੋਵੋਗੇ, ਮਰਦਾਂ ਦੀਆਂ ਦੁਨੀਆਂ ਦੇ ਵਿੱਚ ਘੋੜੇ ਨੂੰ ਮਰਦ ਮੰਨਦੇ ਨੇ। ਬਸ ਘੋੜਾ ਇੱਕ ਐਸਾ ਮਰਦ ਹੈ ਸਾਧ ਸੰਗਤ ਜੀ ਜਿਹਨੂੰ ਪਰਮੇਸ਼ਰ ਨੇ ਅਸਥਣ ਨਹੀਂ ਦਿੱਤੇ ਹਨ। ਇਸ ਕਰਕੇ ਸਹੀ ਅਰਥਾਂ ਵਿੱਚ ਮਰਦ ਜਿਹੜਾ ਹੈ ਉਹ ਬਹਾਦਰ ਲੋਕ, ਜੁਝਾਰੂ ਲੋਕ, ਨਿਹੰਗ ਸਿੰਘ ਇਤਿਆਦਿਕ ਉਹ ਘੋੜੇ ਨੂੰ ਹੀ ਮੰਨਦੇ ਨੇ ਤੇ ਘੋੜੇ ਦਾ ਬਹੁਤ ਜ਼ਿਆਦਾ ਅਦਬ ਕਰਦੇ ਨੇ। ਨਿਹੰਗ ਸਿੰਘ ਜਦੋਂ ਘੋੜੇ ਤੇ ਸਵਾਰ ਹੁੰਦੇ ਤੇ ਘੋੜੇ ਦੇ ਉਹ ਗੋਡੀ ਹੱਥ ਲਗਾ ਕੇ ਚਰਨ ਛੋਹ ਕੇ ਅਦਬ ਦੇ ਸਹਿਤ, ਕਿਉਂਕਿ ਘੋੜੇ ਦੇ ਵਿੱਚ ਇੰਨੀ ਸਮਝਣ ਸ਼ਕਤੀ ਹੁੰਦੀ ਹੈ ਕਿ ਆਦਮੀ ਸੋਚ ਨਹੀਂ ਸਕਦਾ ਗਾ, ਸੋਚ ਨਹੀਂ ਸਕਦਾ। ਉਹ ਆਪਣੇ ਬਗਾਨੇ ਦੀ ਅੱਛਾ ਹੋਰ ਤਾਂ ਹੋਰ ਉਹ ਨਵੇਂ ਤੇ ਪੁਰਾਣੇ ਸਵਾਰ ਦੀ ਵੀ ਸਮਝ ਕਰ ਲੈਂਦਾ ਕਿ ਚੰਗਾ ਸਵਾਰ ਕਿਹੜਾ ਤੇ ਮਾੜੇ ਸਵਾਰ ਨੂੰ ਘੋੜਾ ਨੇੜੇ ਨਹੀਂ ਆਉਣ ਦਿੰਦਾ। ਜੇ ਕੋਈ ਫੜ ਫੁੜ ਕੇ ਕਿਸੇ ਨੂੰ ਚੜਾ ਵੀ ਦੇਵੇ ਤੇ ਫਿਰ ਉਹ ਥੱਲੇ ਚਲਾ ਕੇ ਮਾਰ ਦਿੰਦਾ। ਉਹਨੂੰ ਸਮਝ ਲੱਗ ਜਾਂਦੀ ਹੈ ਇਹ ਚੰਗਾ। ਅਸਲ ਵਿੱਚ ਘੋੜਾ ਇੱਕ ਐਸਾ ਮਰਦ ਜਾਨਵਰ ਹੈ ਕਿ ਉਹਨੂੰ ਉਹ ਸਵਾਰ ਚਾਹੀਦਾ ਜੋ ਉਹਨੂੰ ਦਬਲ ਕੇ ਰੱਖੇ, ਜਿਹਦੇ ਆਪਣੇ ਵਿੱਚ ਤਾਕਤ ਹੋਵੇ, ਨੱਡਰ ਹੋਵੇ, ਬੇਖੌਫ ਹੋਵੇ ਤੇ ਦਬਲ ਕੇ ਰੱਖੇ। ਐਸਾ ਉਹਨੂੰ ਸਵਾਰ ਚਾਹੀਦਾ ਹੈ। ਜੇ ਕੋਈ ਨਵੀਨ ਹੋਵੇ, ਨਵਾਂ ਹੋਵੇ, ਉਹਨੂੰ ਨੇੜੇ ਨਹੀਂ ਆਉਣ ਦਿੰਦਾ। ਇੱਕ ਵਾਰੀ ਇਹ ਨਜ਼ਾਰਾ ਦੇਖਿਆ ਸੀ, ਕਿਸੇ ਸਥਾਨ ਤੇ ਘੋੜਾ ਸੀਗਾ। ਸੋ ਦਾਸ ਨੂੰ ਵੀ ਥੋੜਾ ਸ਼ੌਂਕ ਸੀਗਾ, ਉਹ ਆਪਣੀ ਮਸਤੀ ਵਿੱਚ ਆ ਗਿਆ। ਉਹਦੀ ਜੋ ਖੁਰਲੀ ਸੀ ਲੱਕੜ ਦੀ, ਬੜੀ ਮਜ਼ਬੂਤ ਸੀ, ਬਹੁਤ ਹੈਵੀ ਸੀ, ਉਹ ਗੱਡੀ ਹੋਈ ਸੀ ਜ਼ਮੀਨ ਵਿੱਚ। ਘੋੜੇ ਦੇ ਪਤਾ ਨਹੀਂ ਕੀ ਮਨ ਵਿੱਚ ਆਇਆ, ਨੇਤਰਾਂ ਨਾਲ ਦੇਖਿਆ ਸੀ ਇਹ ਨਜ਼ਾਰਾ ਕਿ ਉਹ ਖੁਰਲੀ ਨੂੰ ਲੈ ਕੇ ਧੂ ਕੇ ਕਿੱਲੇ ਦਾ ਉਹ ਡੇਰਾ ਸੀਗਾ, ਚਲਾ ਕੇ ਮਾਰੇ ਖੁਰਲੀ ਨੂੰ। ਉੱਥੇ ਵਿਦਿਆਰਥੀ ਵੀ ਪੜ੍ਹਨ ਆਉਂਦੇ ਸਨ ਨੇੜੇ ਪਿੰਡਾਂ ਦੇ ਵਿੱਚੋਂ, ਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਉਹ ਸਾਈਕਲ ਵੀ ਨਾਲ ਵਲੇਟੇ ਖੁਰਲੀ ਦੇ ਤੇ ਚਲਾ ਕੇ ਮਾਰੇ। ਅਗਰ ਕਿਤੇ ਆਪਣੀ ਆਈ ਤੇ ਆ ਜਾਵੇ ਘੋੜਾ ਤੇ ਇਹਦੇ ਵਰਗਾ ਮਰਦ ਕੋਈ ਨਹੀਂ ਹੈ, ਇਹਦੇ ਵਰਗਾ ਬਹਾਦਰ ਕੋਈ ਨਹੀਂ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦਾ ਸ਼ੌਂਕ ਰਿਹਾ ਹੈ ਘੋੜਿਆਂ ਦਾ। ਗੁਰਸਿੱਖਾਂ ਜਿਨ੍ਹਾਂ ਦੇ ਕੋਲ ਸੁਵਿਧਾ ਹੈ, ਖੇਤਾਂ ਦੀ ਸੁਵਿਧਾ ਹੈ, ਪਿੰਡਾਂ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ, ਆਲਸੀ ਨਹੀਂ ਹੋਣਾ ਚਾਹੀਦਾ। ਆਲਸੀ ਬੰਦੇ ਨੇ ਘੋੜਾ ਕੀ ਰੱਖਣਾ ਹੋਇਆ। ਘੋੜੇ ਨੇ ਤੜਕੇ ਉੱਠਣਾ, ਤੜਕੇ ਉਹਨੂੰ ਕੋਈ ਚਾਰਾ ਪਾਉਣਾ, ਕੋਈ ਘਾਸ ਫੂਸ, ਕੋਈ ਖਰਖਰਾ ਕਰਨਾ, ਕੋਈ ਸੇਵਾ ਕਰਨੀ, ਕੋਈ ਮਸਾਲਾ ਦੇਣਾ। ਆਲਸੀ ਬੰਦਾ ਪਸ਼ੂ ਨਹੀਂ ਜੇ ਰੱਖ ਸਕਦਾ। ਕੀ ਰੱਖਣੇ ਭਲਾ ਆਲਸੀ ਬੰਦੇ ਨੇ ਪਸ਼ੂ। ਪਸ਼ੂਆਂ ਨੂੰ ਰੱਖਣ ਵਾਲੇ ਲੋਕ ਇੱਥੇ ਤਖਤ ਸਾਹਿਬ ਜੀ ਦੀ ਬੈਕ ਸਾਈਡ ਦੇ ਉੱਪਰ ਹੀ ਗਵਾਲੇ ਰੱਬ ਦੇ ਪਿਆਰੇ ਰਹਿੰਦੇ ਨੇ। ਉਹਨਾਂ ਦੀ ਜੀਵਨ ਤਰਤੀਬ ਦੇਖ ਕੇ ਬੜਾ ਮਨ ਗਦ ਹੁੰਦਾ। ਇਸ ਵੇਲੇ ਤੱਕ ਉਹ ਕਰੀਬਨ ਸਾਰੇ ਸੁੱਤੇ ਹੁੰਦੇ ਨੇ ਤੇ ਅੰਮ੍ਰਿਤ ਵੇਲੇ ਕਰੀਬਨ 3-4 ਵਜੇ ਉੱਠੇ ਹੁੰਦੇ ਨੇ। ਉੱਠ ਕੇ ਉਹਨਾਂ ਨੇ ਪਸ਼ੂਆਂ ਦੀ ਸੇਵਾ ਕਰਨੀ ਹੁੰਦੀ ਹੈ। ਅਸਲ ਵਿੱਚ ਸਹੀ ਜੀਵਨ ਜਿਹੜਾ ਹੈ ਉਹ ਸਾਨੂੰ ਪਸ਼ੂਆਂ ਦੇ ਕੋਲ ਰਹਿ ਕੇ ਜੀਣਾ ਆਉਂਦਾ ਹੈ। ਇਹ ਸੱਚਾਈ ਹੈ ਭਾਈ। ਪਸ਼ੂ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਕਰੀਬਨ ਉੱਠਦੇ ਨੇ। ਪਸ਼ੂਆਂ ਦੀ ਸੇਵਾ ਕਰਨ ਵਾਲਾ ਬੰਦਾ, ਤੁਸੀਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜਾਂ ਇੱਥੇ ਪਟਨੇ ਵਿੱਚ ਦੇਖਣੇ ਹਨ ਤੇ ਗਵਾਲੇ ਗੁਰਮੁਖਾਂ ਵੱਲ ਦੇਖ ਲਓ। 80 ਸਾਲ ਦੇ, ਕੋਈ ਪੇਟ ਨਹੀਂ ਵਧਿਆ, ਕੋਈ ਐਨਕ ਨਹੀਂ ਉਹਨਾਂ ਨੂੰ, ਕੋਈ ਲਾਠੀ ਨਹੀਂ, ਕੋਈ ਕੁਛ ਨਹੀਂ ਹੈ, ਤੁਰੇ ਫਿਰਦੇ ਨੇ ਚੰਗੇ ਭਲੇ, ਹੱਟੇ ਕੱਟੇ, ਕੋਈ ਪਰਵਾਹ ਨਹੀਂ ਉਹਨਾਂ ਨੂੰ।
ਤੋ ਇਸੇ ਪ੍ਰਕਾਰ ਇਸ ਤਰ੍ਹਾਂ ਲੱਗਦਾ ਹੈ ਕਿ ਮਨੁੱਖ ਆਪਣੀ ਜੀਵਨ ਜਾਚ ਤੋਂ ਥੜਕਿਆ ਹੋਇਆ ਹੈ। ਇਹਨੂੰ ਕੁਝ ਸਮਾਂ ਜਾਂ ਵਿਅੰਗ ਵਿੱਚ ਕਹਿ ਲਓ ਤੇ ਹਾਸ ਰਸ ਵਿੱਚ ਕਹਿ ਲਓ, ਇਹਨੂੰ ਕੁਝ ਸਮਾਂ ਪਸ਼ੂਆਂ ਦੀ ਸੰਗਤ ਕਰਨੀ ਚਾਹੀਦੀ ਹੈ। ਕੁਝ ਸਮਾਂ ਇਹਨੂੰ ਪਸ਼ੂਆਂ ਵਿੱਚ ਰਹਿਣਾ ਚਾਹੀਦਾ, ਇਹਨੂੰ ਜਿਉਣਾ ਆ ਜਾਵੇ ਥੋੜ੍ਹਾ ਬਹੁਤਾ। ਕਹਿੰਦੇ ਨੇ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਹੈ, ਉਦਮੀ ਹੋਣਾ ਪੈਂਦਾ ਹੈ ਪਸ਼ੂਆਂ ਦੇ ਨਾਲ, ਉਹ ਮਨੁੱਖ ਹੋਣਾ ਨਹੀਂ ਚਾਹੁੰਦਾ ਹੈ। ਖੈਰ ਇਸ ਪ੍ਰਕਾਰ ਉਹ ਘੋੜਾ ਸੀ ਮਹਾਰਾਜ ਦਾ, ਤੇ ਮਹਾਰਾਜ ਉਸ ਘੋੜੇ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਹਨ। ਸਭ ਮੈਂ ਕਹਿ ਕਹਿ ਬਾਕ ਸੁਣਾਵੇ, ਸਾਰਿਆਂ ਵਿੱਚ ਕਹਿ ਕਹਿ ਕੇ ਮਹਾਰਾਜ ਬਚਨ ਸੁਣਾਉਂਦੇ ਹਨ। ਬਲੀ ਤੁਰੰਗ ਕਹੂੰ ਜੇ ਪਾਵੇ, ਵੀ ਜੇ ਕੋਈ ਵਧੀਆ ਬਲੀ ਘੋੜਾ ਮਿਲੇ ਤੁਹਾਨੂੰ, ਮੁਖ ਮੰਗਿਓ ਧਨ ਦੇਵਨ ਕਰੇ, ਮੂੰਹ ਮੰਗਿਆ ਧਨ ਦੇਵਾਂਗੇ, ਅਪਰ ਖੁਸ਼ੀ ਹਮ ਤਿਸ ਪਰ ਤਰੇ, ਹੋਰ ਵੀ ਖੁਸ਼ੀਆਂ ਦੇਵਾਂਗੇ ਲੋਕ ਪਰਲੋਕ ਦੀਆਂ। ਨਿਕਟ ਨ ਪਈਅਤ ਹੈ ਇਸ ਦੇਸ਼, ਔਰ ਕਿਹਾ ਕਿ ਇਸ ਦੇਸ਼ ਵਿੱਚ ਤੇ ਕੋਈ ਵਧੀਆ ਘੋੜਾ ਨਹੀਂ ਦਿਖਾਈ ਪੈਂਦਾ। ਕਹਾਂ ਬਤਾਵੇ ਕੋ ਅਬ ਬੇਸ, ਔਰ ਕਿਹਾ ਕਿ ਕਿੱਥੇ ਉਹ ਘੋੜਾ ਮਿਲੇਗਾ ਸੋਹਣੇ ਬੇਸ ਵਾਲਾ। ਅਪਰ ਸੁਬਟ ਸਿੱਖ ਰਹਿਣ ਜੋ ਐ ਹੈ, ਔਰ ਕਿਹਾ ਕਿ ਹੋਰ ਜਿਹੜੇ ਸਿੱਖ ਸੂਰਮੇ ਮਹਾਰਾਜ ਦੇ ਪਾਸ ਰਹਿੰਦੇ ਹਨ, ਤਿਨ ਕੋ ਸਤਿਗੁਰ ਰਾਖਤ ਜੈ ਹੈ, ਉਹਨਾਂ ਨੂੰ ਵੀ ਮਹਾਰਾਜ ਆਪਣੇ ਪਾਸ ਰੱਖਦੇ, ਹੋਰ ਸੂਰਮੇ ਭਰਤੀ ਕਰਦੇ ਹਨ। ਇਮਹੀ ਕਿਤਕ ਕਾਲ ਜਮ ਬੀਤਾ, ਇਸ ਤਰ੍ਹਾਂ ਜਦੋਂ ਕੁਝ ਕੁ ਸਮਾਂ ਬਤੀਤ ਹੋ ਗਿਆ, ਹੈ ਕੋ ਚਾਹਤ ਚੀਤ ਸੁਨੀਤਾ, ਔਰ ਮਹਾਰਾਜ ਨਿਤ ਹੀ ਘੋੜੇ ਨੂੰ ਚਾਹੁੰਦੇ ਨੇ ਕਿ ਵਧੀਆ ਘੋੜਾ ਆਵੇ। ਪਸ਼ਚਮ ਦਿਸ ਸੰਗਤ ਸਮੁਦਾਇ, ਇੱਕ ਸਮੇਂ ਪਸ਼ਚਮ ਦੀ ਦਿਸ਼ਾ ਤੋਂ ਕੋਈ ਸੰਗਤ ਆਈ ਹੈ, ਗੁਰ ਦਰਸ਼ਨ ਹਿਤ ਬੇ ਇਕਠਾਈ, ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਉਹ ਸੰਗਤ ਦਾ ਜਥਾ ਇਕੱਠਾ ਹੋਇਆ ਇੱਕ ਜਗ੍ਹਾ ਤੇ। ਇਸ ਸੰਗਤ ਮੈਂ ਸਿੱਖ ਸੁਭਾਗਾ, ਉਸ ਸੰਗਤ ਵਿੱਚ ਇੱਕ ਸਿੱਖ ਸੀ ਜੋ ਬਹੁਤ ਵੱਡਿਆਂ ਭਾਗਾਂ ਵਾਲਾ ਸੀ, ਧਨੀ ਵੱਡੋ ਔਰ ਨਾਮ ਸੁਭਾਗਾ, ਬਹੁਤ ਵੱਡਾ ਸ਼ਾਹੂਕਾਰ ਸੀ, ਸਿੱਖ ਅਮੀਰੜਾ ਸੀ, ਤੇ ਨਾਮ ਵੀ ਇਹਦਾ ਭਾਈ ਸੁਭਾਗਾ ਸੀਗਾ। ਗੁਰ ਕੀ ਕਾਰ ਸਕੇਲਨ ਕਰਕੇ, ਇਹ ਰੋਜ਼ ਮਹਾਰਾਜ ਦੀ ਕਾਰ ਭੇਟਾ ਗੁਰੂ ਕਾ ਦਸਵੰਧ ਗੱਲੇ ਵਿੱਚ ਇਕੱਠਾ ਕਰਦਾ ਸੀਗਾ। ਹੈਲੀ ਨੇ ਗੁਰ ਖੁਸ਼ੀ ਵਿਚਰ ਕੇ, ਗੁਰੂ ਕੀ ਖੁਸ਼ੀ ਜਾਣ ਕੇ ਇਹਨੇ ਬਹੁਤ ਸੋਹਣੇ ਘੋੜੇ ਲਏ ਨੇ, ਉਹ ਧਨ ਇਕੱਠਾ ਕੀਤਾ ਹੋਇਆ ਸਮਝ ਕੇ। ਲੱਖ ਲੱਖ ਕੀ ਕੀਮਤ ਭਾਰੇ, ਉਹਨਾਂ ਜ਼ਮਾਨਿਆਂ ਵਿੱਚ 1 ਲੱਖ ਰੁਪਏ ਜਿਸ ਘੋੜੇ ਦੀ ਕੀਮਤ ਹੈ। ਪੰਜ ਤੁਰੰਗ ਲਿਏ ਬਲ ਭਾਰੇ, ਉਹ 5 ਘੋੜੇ 5 ਲੱਖ ਰੁਪਏ ਦੇ ਮਹਾਰਾਜ ਵਾਸਤੇ ਖਰੀਦੇ। ਲੋਕ ਹਜ਼ਾਰੋਂ ਸੰਗਤ ਜਾਨ, ਔਰ ਹਜ਼ਾਰਾਂ ਹੀ ਗੁਰਸਿੱਖ ਜਿਹੜੇ ਹਨ ਮਹਾਰਾਜ ਦੀ ਸੰਗਤ ਨੂੰ ਜਾਣ ਕੇ, ਮਿਲ ਤਿਨ ਮੈਂ ਤਬ ਕੀਨ ਪਿਆਨ, ਤੇ ਉਹ ਇਕੱਠੇ ਹੋ ਕੇ ਸਾਰੇ ਗੁਰਸਿੱਖ ਮਹਾਰਾਜ ਦੇ ਪਾਸ ਆਏ ਹਨ। ਬਹੁ ਬਿਦ ਤੇ ਕਰ ਕਰ ਚਤੁਰਾਈ, ਇਹ ਜਿਹੜਾ ਭਾਈ ਸੁਭਾਗਾ ਸੀ, ਇਹਦਾ ਨਾਮ ਭਾਈ ਵਡਭਾਗਾ ਵੀ ਹੁੰਦਾ ਹੋਰ ਪੁਸਤਕਾਂ ਦੇ ਵਿੱਚ। ਭਾਈ ਸੁਭਾਗਾ ਜਾਂ ਭਾਈ ਵਡਭਾਗਾ ਇੱਕੋ ਗੱਲ ਹੈ। ਇਹ ਭਾਈ ਵਡਭਾਗਾ ਜਿਹੜਾ ਬਹੁਤ ਚਤਰਾਈ ਬੜੀ ਸਿਆਣਪ ਦੇ ਨਾਲ ਤੁਰਕਨ ਤੇ ਨਿਤਲੇ ਤੇ ਛਪਾਈ, ਤੁਰਕੜਿਆਂ ਦੇ ਕੋਲੋਂ ਘੋੜਾ ਛਪਾ ਕੇ, ਕਿਉਂਕਿ ਤੁਰਕੜੇ ਖੋਹ ਲੈਂਦੇ ਸੀਗੇ, ਘੋੜਾ ਕਿਸੇ ਕੋਲ ਰਹਿਣ ਨਹੀਂ ਸੀ ਦਿੰਦੇ। ਸ਼ਾਮ ਦੀ ਸਵਾਰੀ ਸੀ, ਅੱਜ ਵੀ ਇਹ ਸ਼ਾਮ ਦੀ ਸਵਾਰੀ ਹੈ ਘੋੜਾ। ਤੋ ਸ਼ਾਮ ਦੀ ਸਵਾਰੀ ਜਾਣ ਕੇ ਖੋਹ ਲੈਂਦੇ ਸਨ, ਤਾਂ ਕਰਕੇ ਤੁਰਕੜਿਆਂ ਤੋਂ ਲੁਕਾ ਕੇ ਮੈਲਾ ਜਿਹਾ ਕੱਪੜਾ ਪਾ ਲੈਣਾ ਕਿ ਵੇਖਣ ਨੂੰ ਬਿਮਾਰ ਜਿਹਾ ਲੱਗੇ ਘੋੜਾ। ਇਸ ਪ੍ਰਕਾਰ ਲੁਕੋ ਲੁਕੋ ਕੇ ਲਿਆਂਦਾ ਹੈ। ਸੇਵਾ ਕਰਤ ਅਨੇਕ ਪ੍ਰਕਾਰ, ਅਨੇਕਾਂ ਪ੍ਰਕਾਰ ਦੀ ਸੇਵਾ ਕਰਦਾ ਹੈ ਸਿੱਖ। ਆਏ ਪਹੁੰਚੇ ਗੁਰ ਦਰਬਾਰ, ਮਹਾਰਾਜ ਦੇ ਦਰਬਾਰ ਵਿੱਚ ਆ ਪਹੁੰਚਿਆ ਹੈ। ਨਿਸਾ ਪਈ ਲਖ ਦਰਸੇ ਨਾਹੀ, ਤੇ ਰਾਤ ਹੋਈ ਮਹਾਰਾਜ ਦਾ ਦਰਸ਼ਨ ਨਹੀਂ ਕੀਤਾ ਇਸਨੇ। ਡੇਰਾ ਕਰਤ ਪਏ ਪੁਰਮਾਹੀ, ਇਹਨਾਂ ਨੇ ਡੇਰਾ ਕੀਤਾ ਕਿ ਮਹਾਰਾਜ ਆਰਾਮ ਕਰਦੇ ਹੋਣਗੇ। ਭਈ ਪ੍ਰਭਾਤ ਲੱਗਿਓ ਦੀਵਾਨ, ਜਿਸ ਵੇਲੇ ਸਵੇਰ ਹੋਈ ਦੀਵਾਨ ਲੱਗਿਆ ਹੈ। ਦਈ ਮੇਵੜੇ ਤਬ ਸੁਧ ਆਨ, ਉਸ ਵੇਲੇ ਮੇਵੜੇ ਨੇ ਖਬਰ ਦਿੱਤੀ ਕਿ ਭਾਈ ਆਓ ਦੀਵਾਨ ਵਿੱਚ ਸੱਜੋ। ਅਬ ਦਰਸ਼ਨ ਕੋ ਸਮੂਹ ਜਨੀਜੈ, ਹੁਣ ਮਹਾਰਾਜ ਦੇ ਦਰਸ਼ਨਾਂ ਦਾ ਸਮਾਂ, ਆਓ ਦੀਦਾਰ ਕਰੋ ਭਾਈ। ਸ੍ਰੀ ਸਤਿਗੁਰ ਤੇ ਖੁਸ਼ੀ ਸੁਲੀਜੈ, ਔਰ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਲਵੋ। ਲੈ ਲੈ ਸੰਗਤ ਸਭ ਉਪਹਾਰ, ਇਸ ਤਰ੍ਹਾਂ ਸੰਗਤ ਮਹਾਰਾਜ ਦੇ ਪਾਸੋਂ ਭੇਟਾਵਾਂ ਲੈ ਕੇ, ਭੂਖਨ ਬਸਤਰ ਅਨੇਕ ਪ੍ਰਕਾਰ, ਅਨੇਕਾਂ ਪ੍ਰਕਾਰ ਦੇ ਬਸਤਰ ਗਹਿਣੇ ਸੋਇਨਾ ਇਤਿਆਦਿਕ, ਸ਼ਸਤਰ ਤੁਰੰਗ ਦਰਬ ਸਮੁਦਾਈ, ਜਿਨ੍ਹਾਂ ਵਿੱਚ ਸ਼ਸਤਰ ਹੈ, ਸੋਹਣੇ ਘੋੜੇ ਅਤੇ ਧਨ ਹੈ। ਧਰ ਧਰ ਭਾਵ ਹਿਰਦੇ ਅਧਿਕਾਈ, ਬਹੁਤ ਸਾਰੀ ਭੇਟਾਵਾਂ ਮਹਾਰਾਜ ਦੇ
ਚਰਨਾਂ ਦੇ ਵਿੱਚ ਧਰਦੇ ਹਨ। ਜਾਏ ਗੁਰੂ ਕੋ ਦਰਸ਼ਨ ਕੀਨ, ਜਾ ਕੇ ਮਹਾਰਾਜ ਦਾ ਦਰਸ਼ਨ ਕੀਤਾ ਗੁਰਸਿੱਖਾਂ ਨੇ। ਬੈਠੇ ਤਖਤ ਸੁਵਤ ਬਲ ਪੀਨ, ਮਹਾਰਾਜ ਸੋਨੇ ਤਖਤ ਤੇ ਬੈਠੇ ਸ਼ੋਭਦੇ ਹਨ। ਬਾਰ ਬਾਰ ਸਿਰ ਚਾਮਰ ਢੁਰੈ, ਤੇ ਵਾਰ-ਵਾਰ ਮਹਾਰਾਜ ਦੇ ਸਿਰ ਤੇ ਚੌਰ ਹੁੰਦਾ ਹੈ। ਟਿਗ ਅਰਦਾਸ ਮੇਵਰੋ ਕਰੈ, ਤੇ ਅਰਦਾਸੀਆ ਸੰਗਤ ਦੀ ਖਲੋ ਖਲੋ ਕੇ ਬੋਲ ਕੇ ਅਰਦਾਸ ਕਰਦਾ ਹੈ। ਆਗੇ ਸਕਲ ਉਪਾਇਨ ਤਰ ਤਰ, ਤੇ ਮਹਾਰਾਜ ਦੇ ਅੱਗੇ ਪਿਠਾਵਾਂ ਅਰਪਣ ਕਰਕੇ ਬਾਰ ਬਾਰ ਬਤ ਪਦ ਬੰਧਨ ਕਰ ਕਰ, ਵਾਰ-ਵਾਰ ਗੁਰਸਿੱਖ ਨਮਸਕਾਰਾਂ ਕਰਦੇ ਹਨ। ਸੰਗਤ ਮਹਾ ਮੋਦ ਮਨ ਪਾਇਓ, ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਗੁਰਸਿੱਖ ਖੁਸ਼ ਹੁੰਦੇ ਹਨ। ਜਗ ਗੁਰ ਪਾਵਨ ਕੋ ਦਰਸਾਇਓ, ਜਿਸ ਵੇਲੇ ਮਹਾਰਾਜ ਦਾ ਦਰਸ਼ਨ ਪਾਇਆ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਸ੍ਰੀ ਹਰਿ ਗੋਬਿੰਦ ਸ਼ਸਤਰ ਨਿਹਾਰੇ, ਜਿਸ ਵੇਲੇ ਮਾਨ ਨੇ ਦੇਖਿਆ ਵੀ ਮਹਾਰਾਜ ਦੇ ਸਿੱਖ ਸੋਹਣੇ ਸੋਹਣੇ ਹਥਿਆਰ ਲੈ ਕੇ ਆਏ ਹਨ। ਪੁਨ ਘੋਰੇ ਆਏ ਬਲ ਭਾਰੇ, ਘੋੜੇ ਵੀ ਆਏ ਹਨ ਬਹੁਤ ਬਲਸ਼ਾਲੀ ਚੰਗੀ ਨਸਲ ਦੇ। ਰੂਪ ਰੰਗ ਤਿਨ ਕੋ ਸਭ ਹੇਰੇ, ਕੀ ਰੂਪ ਕੀ ਰੰਗ ਕੀ ਅੰਗ ਪ੍ਰਤੰਗ ਬੜੇ ਸੁੰਦਰ ਹਨ। ਸੁੰਦਰ ਆਕ੍ਰਿਤ ਬਲੀ ਵਡੇਰੇ, ਔਰ ਬੜੀ ਸੁੰਦਰ ਸ਼ੋਭਾ ਵਾਲੇ ਤੇ ਬੜੇ ਬਲਸ਼ਾਲੀ ਹਨ ਘੋੜੇ। ਖੁਸ਼ੀ ਅਧਿਕ ਹੀ ਸਿੱਖ ਪਰ ਕੀਨ, ਉਸ ਵੇਲੇ ਮਾਨ ਨੇ ਭਾਈ ਸੁਭਾਗੇ ਉੱਪਰ ਬਹੁਤੀ ਖੁਸ਼ੀ ਕੀਤੀ। ਜਨਮ ਮਰਨ ਬੰਧਨ ਕਟ ਤੇ ਦੀਨ, ਸਿੱਖ ਦਾ ਜਨਮ ਮਰਨ ਦਾ ਬੰਧਨ ਹੀ ਕੱਟ ਦਿੱਤਾ ਹੈ। ਅਪਰ ਸਿੱਖ ਸੰਗਤ ਗਨ ਸਾਰੇ, ਹੋਰ ਜਿਤਨੀ ਵੀ ਸਿੱਖ ਸੰਗਤ ਭਾਈ ਸੁਭਾਗੇ ਦੇ ਨਾਲ ਆਈ ਸੀ, ਜਸ ਇੱਛਾ ਧਰ ਗੁਰੂ ਨਿਹਾਰੇ, ਜੈਸੀ ਉਹਨਾਂ ਦੀ ਇੱਛਾ ਸੀ, ਜਿਸ ਇੱਛਾ ਦੇ ਨਾਲ ਦਰਸ਼ਨ ਪਾਇਆ, ਸਭ ਕੀਤਾ ਪੂਰਨ ਕਰ ਉਸ ਵੇਲੇ ਦਈ, ਸਾਰਿਆਂ ਦੀ ਇੱਛਾ ਮਾਨ ਨੇ ਪੂਰੀ ਕਰ ਦਿੱਤੀ ਹੈ। ਅਧਿਕ ਪ੍ਰੀਤ ਆਗੇ ਉਪਜਈ, ਔਰ ਅਨੇਕਾਂ ਪ੍ਰਕਾਰ ਦੀ ਮਹਾਰਾਜ ਨੇ ਹਿਰਦੇ ਵਿੱਚ ਪ੍ਰੀਤੀ ਉਤਪੰਨ ਕੀਤੀ ਗੁਰਸਿੱਖਾਂ ਦੀ ਅੱਗੇ ਤੋਂ। ਸੁੰਦਰ ਬਦਨ ਚੰਦ ਮਾਨਿੰਦ, ਮਹਾਰਾਜ ਦਾ ਸੋਹਣਾ ਚਿਹਰਾ ਚੰਦਰਮਾ ਦੀ ਤਰ੍ਹਾਂ ਜਗਮਗਾਉਂਦਾ ਹੈ। ਮੁਦਤ ਦੇਖ ਸ੍ਰੀ ਹਰਿ ਗੋਬਿੰਦ, ਤੇ ਮਹਾਰਾਜ ਨੇ ਗਰੀਬ ਨਵਾਜ ਨੇ ਜਿਸ ਵੇਲੇ ਘੋੜਿਆਂ ਨੂੰ ਦੇਖਿਆ, ਸਤਿਗੁਰੂ ਖਿੜ ਗਏ ਹਨ ਖੁਸ਼ੀ ਵਿੱਚ। ਹਰਖੇ ਮਨ ਬਾਂਛਤ ਕੋ ਪਾਏ, ਔਰ ਗੁਰਸਿੱਖਾਂ ਨੇ ਮਨ ਚਾਹੁੰਦੇ ਹੋਏ ਫਲ ਪ੍ਰਾਪਤ ਕੀਤੇ ਹਨ। ਨਰ ਤਨ ਆਪਣੇ ਕੋ ਸਫਲਾਏ, ਮਹਾਰਾਜ ਦਾ ਦਰਸ਼ਨ ਦੀਦਾਰ ਕਰਕੇ ਸੇਵਾ ਕਰਕੇ ਆਪਣਾ ਸਰੀਰ ਸਫਲ ਕੀਤਾ। ਕੇਤਕ ਦਿਨ ਦਰਸ਼ਨ ਕੋ ਕਰਕੇ, ਉਹ ਗੁਰਸਿੱਖ ਜੋ ਪਸ਼ਚਮ ਚੋਂ ਆਏ ਸਨ, ਕੁਛ ਦਿਨ ਮਹਾਰਾਜ ਦੇ ਦਰਸ਼ਨ ਕੀਤੇ। ਸੰਗਤ ਗਮਨੀ ਮੁਦ ਉਰ ਧਰ ਕੇ, ਤੇ ਅਖੀਰ ਨੂੰ ਆਪਣੇ ਇਲਾਕੇ ਨੂੰ ਜਾ ਪ੍ਰਵੇਸ਼ ਹੋਈ ਹੈ। ਅਨੇਕ ਪ੍ਰਕਾਰ ਗੁਰੂ ਜਸ ਕਾਤੇ, ਅਨੇਕਾਂ ਪ੍ਰਕਾਰ ਦਾ ਮਹਾਰਾਜ ਦਾ ਜਸ ਕਰਦੇ ਸਿੱਖ। ਦਿਨ ਮੈਂ ਚਲਤ ਨਿਸਾ ਮਹਿ ਰਹਤੇ, ਰਾਤ ਆਰਾਮ ਕਰਦੇ, ਦਿਨ ਵੇਲੇ ਚੱਲਦੇ ਹਨ। ਤੁਰਕ ਵਿਨਾਸ਼ਕ ਗੁਰ ਅਵਤਾਰੀ, ਸਤਿਗੁਰੂ ਜੀ ਮਹਾਰਾਜ ਤੁਰਕੜਿਆਂ ਦਾ ਰਾਜ ਭਾਗ ਦਾ ਨਾਸ਼ ਕਰਨਗੇ। ਚੌਦਿਸ ਕੀ ਸੰਗਤ ਔਰ ਸੁਖਕਾਰੀ, ਸੰਗਤ ਜਿਹੜੀ ਹੈ ਜੋ ਤੁਰਕੜਿਆਂ ਤੋਂ ਭੈ ਭੀਤ ਸੀ, ਉਹ ਸੁਖੀ ਰਹੇਗੀ, ਇਹ ਜਾਣਦੇ ਹਨ ਗੁਰਸਿੱਖ। ਇਤਿਆਦਿਕ ਕੀਰਤ ਕੋ ਭਾਖਤ, ਇਤਿਆਦਿਕ ਇਹ ਆਏ ਹੋਏ ਸਿੱਖ ਮਹਾਰਾਜ ਦੀ ਕੀਰਤੀ ਕਰਦੇ ਹਨ। ਸੁਨੇ ਅਪਰ ਸੋ ਦਰਸ਼ਨ ਕਾਂਖਤ, ਤੇ ਮਹਾਰਾਜ ਦੇ ਦਰਸ਼ਨ ਕਰਦੇ ਹੋਰਨਾਂ ਨੂੰ ਵੀ ਜਾ ਕੇ ਜਸ ਸੁਣਾਉਂਦੇ। ਇਸ ਤਰ੍ਹਾਂ ਮਹਾਰਾਜ ਦੇ ਪਾਸੇ ਘੋੜੇ ਆਏ, ਇਹਨਾਂ ਘੋੜਿਆਂ ਦੀ ਤਾਰੀਫ ਕੱਲ ਦੀ ਕਥਾ 'ਚ ਸੁਣਾਂਗੇ। ਸਮਾਂ ਤੇ ਅਧਿਆਏ ਪੂਰਾ ਹੋਇਆ, ਲੇਖਿਆ ਗਣਤ ਨਾ ਛੁਟੀਐ, ਕਾਚੀ ਭੀਤ ਨਾ ਸੁਧ, ਜਿਸੇ 부ਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਤੁਰਕ ਬਿਨਾਸਨ ਗੁਰ ਅਵਤਾਰੀ, ਚੌਦਿਸ ਕੀ ਸੰਗਤ ਸੁਖਕਾਰੀ, ਇਤਿਆਦਿਕ ਕੀਰਤ ਕੋ ਪਾਖਤ, ਸੁਨੇ ਅਪਰ ਸੋ ਦਰਸ਼ਨ ਕਾਂਖਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।